वाहिगुरु जी का खालसा वाहिगुरु जी की फतेह। पतत पावन दयानिधि स्वामी श्री गुरु ग्रंथ साहिब सच्चे पातशाह जी की अगमी गोद विच चौंपड़े लाके जुड़ बैठी गुरु सवारी साध संगत जीओ, संध्या दे सोने दीवान सजे ने समा होया सतगुरां दीयां कथा कहानियां दा। आओ इस समय नूं गुरु महिमा विच जुड़ के सफला बनाइए। इतिहास के झरोखियां दे विचों आप जी ने सरवण कीता सी। गुरु नानक साहिब जी की महिमा जदों चुफेरे तक फैल गई, कुछ निंदकां तो बर्दाश्त ना हुई। एक निंदक ने जयराम जियां नूं घर बिठा के गुरु नानक साहिब जी की निंदिया अते चुगली की। इथों तक कह दिता नवाब दौलत खान दे नाल तुहाडा फर्क पैण वाला है। जिन्नी समाज विच तुहाडी इज्जत है वालिया वेट होण वाली है। गुरु नानक साहिब मोदी खाने दे विच बैठ के हुण पैसा भी लटाउंदे ने। सुन के दुखी होके जयराम जी घरे आए। अपनी धर्म पत्नी नानकी जी दे नाल उन्हां विचार कीती। उन्हां दा स्टैंड स्पष्ट सी। जे ते तुहानूं सतगुरां ते शंका है ते हिसाब कर लो, जे विश्वास है फिर जमाने की परवाह ना करो। डावाडोल सन जयराम जी। आखिरकार भैण नानकी ने अपने वीर नूं तुलसा दासी दे ताईं सदा भेजिया। भावें कि जयराम नहीं चाहते सतगुरां नूं बुलाया जाए, कोई गल कीती जाए। सिर्फ एक घर का ही मैटर सी, घर दी गल्लां सी। पर फिर भी भैण नानकी जी चाहते कि दुध दा दुध ते पानी दा पानी होवे। तुलसा दासी सतगुरां नूं बुलाउण वास्ते मोदी खाने आई है। इथों तक आप जियां ने पवित्र पावन कथा का आनंद माणिया सी। आओ जी सुरत एकाग्र बढ़ाइए। बख्शो आसीस गज वज के आखो जी सतनाम श्री गुरु साहिब जी। सतनाम श्री गुरु साहिब जी। श्री अंगद सो कह बला सब कथा बनाए रसाला। निरंकार पातशाह की पावन महिमा सतगुरां दे परम मित्र भाई बाला जी जो उम्र दे विच काफी वड्डे ने। चिट्टा सफेद जिन्हां दा दाड़ा है गुरु अंगद देव महाराज जी नूं के पावन जीवन कथा सुना रहे। गरीब नवाज आओ सुनो। जिस वेले जयराम जी दियां कीतियां होईयां गल्लां घर दे विच एक दुविधा दा कारण सी। किसे निंदक ने चुगलखोर ने ऐसा खोरा लाया
ਹੱਸਦਾ ਵਸਦਾ ਪਰਿਵਾਰ ਪਲਾਂ ਵਿੱਚ ਚਿੰਤਾ ਚ ਪਾਤਾ। ਭੈਣ ਨਾਨਕੀ ਜੋ ਆਪਣੇ ਵੀਰ ਤੇ ਪ੍ਰਭੂ ਪਰਮਾਤਮਾ ਤੋਂ ਵੀ ਵੱਧ ਭਰੋਸਾ ਕਰਦੇ ਨੇ, ਉਹਨਾਂ ਨੇ ਤੁਲਸਾ ਦਾਸੀ ਨੂੰ ਭੇਜਿਆ ਮੋਦੀਖਾਨੇ ਤੇ ਜਾਓ ਸਤਿਗੁਰਾਂ ਨੂੰ ਲੈ ਕੇ ਆਓ। ਗੁਰੂ ਪਰਿਵਾਰ ਦੀ ਇੱਕ ਮੈਂਬਰ ਹੈ ਤੁਲਸਾ ਦਾਸੀ। ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਆਈ, ਜਿੱਥੇ ਜਿੱਥੇ ਮਾਂ ਤ੍ਰਿਪਤਾ ਦਾ ਜ਼ਿਕਰ ਆਇਆ, ਭੈਣ ਨਾਨਕੀ ਨੂੰ ਸਤਿਕਾਰ ਮਿਲਿਆ। ਗੁਰੂ ਨਾਨਕ ਦੇ ਘਰ ਦੀ ਦਾਸੀ ਦਾ ਵੀ ਬਰਾਬਰ ਸਤਿਕਾਰ ਹੈ। ਤੁਲਸਾ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਆਸਥਾ ਰੱਖਦੀ ਸੀ, ਸ਼ਰਧਾ ਰੱਖਦੀ ਸੀ। ਇਹ ਵੱਲ ਇਹ ਗੁਣ ਉਹਨਾਂ ਨੂੰ ਨਾਨਕੀ ਜੀ ਤੋਂ ਪ੍ਰਾਪਤ ਹੋਏ। ਬੜੇ ਅਦਬ ਅਦਾਬ ਦੇ ਨਾਲ ਆ ਕੇ ਮੋਦੀ ਖਾਨ ਨੇ ਬੇਨਤੀ ਕੀਤੀ ਹੈ, ਪ੍ਰਭੂ ਜੀ ਭੈਣ ਜੀ ਯਾਦ ਕਰਦੇ ਨੇ ਤੋ ਸਾਨੂੰ ਛੇਤੀ ਆਉਣਾ ਪੈਣਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹੀ ਪੁੱਛਿਆ, ਤੁਲਸਾ ਤੁਹਾਨੂੰ ਆਉਣ ਦੀ ਲੋੜ ਕੀ ਸੀ? ਕਿਸੇ ਦੇ ਹੱਥ ਸਾਨੂੰ ਸਦਾ ਭੇਜ ਦਿੰਦੇ। ਗੁਰ ਅੰਗਦ ਸੁਣੀ ਬਿਨਾ ਹੋਂ ਭਾਕਿਓ ਸੁਣੋ ਸਖੇਨਾ। ਗੁਰੂ ਅੰਗਦ ਦੇ ਮਹਾਰਾਜ ਧਿਆਨ ਦੇ ਕੇ ਸੁਣੋ। ਜਿਸ ਵੇਲੇ ਤੁਲਸਾ ਦਾਸੀ ਦਾ ਆਉਣਾ ਵੇਖਿਆ, ਕਹਿੰਦੇ ਹੈਰਾਨੀ ਮੈਨੂੰ ਵੀ ਸੀ। ਕਦੇ ਵੀ ਔਰਤਾਂ ਘਰ ਦੀਆਂ ਕਿਸੇ ਨੂੰ ਸਦਾ ਦੇਣ ਨਹੀਂ ਜਾਂਦੀਆਂ। ਇਹ ਪੁਰਾਤਨ ਸਮੇਂ ਦੇ ਰਿਵਾਜ ਸੀ, ਉਹਨਾਂ ਸਮੇਂ ਦੀਆਂ ਰਵਾਇਤਾਂ ਸੀ, ਕਿਉਂਕਿ ਔਰਤਾਂ ਨੂੰ ਸਤਿਕਾਰ ਬਹੁਤ ਸੀ। ਇਹ ਕੰਮ ਸੱਦਿਆਂ ਦਾ ਮਰਦਾਂ ਦਾ ਹੁੰਦਾ ਸੀ, ਨੌਕਰਾਂ ਦਾ ਸੀ। ਔਰਤਾਂ ਕੇਵਲ ਉਸ ਵੇਲੇ ਸੱਦਾ ਦੇਣ ਜਾਂਦੀਆਂ ਨੇ ਜਿਸ ਵੇਲੇ ਕੋਈ ਬਹੁਤ ਵੱਡੀ ਮਜਬੂਰੀ ਹੋਵੇ, ਘਰੇ ਕੋਈ ਨਾ ਹੋਵੇ। ਭਾਈ ਬਾਲਾ ਜੀ ਆਖਣ ਲੱਗੇ, ਸੱਚੇ ਪਾਤਸ਼ਾਹ ਆਪਾਂ ਨੂੰ ਘਰੋਂ ਸੱਦਾ ਆਇਆ ਭੈਣ ਜੀ ਦਾ, ਇਹ ਕੰਮ ਛੱਡ ਕੇ ਸਾਨੂੰ ਜਾਣਾ ਪੈਣਾ ਏ। ਕੋ ਕਰ ਹੈ ਦੂਤੀ ਤੇਰੀ ਨੈ ਓ ਗੁਣ ਤਕ ਛਹਿਰੀ। ਦਾਸੀ ਤੁਲਸਾ ਨੂੰ ਤੇ ਸਤਿਗੁਰਾਂ ਨੇ ਕਹਿ ਕੇ ਭੇਜ ਦਿੱਤਾ, ਤੁਸੀਂ ਚਲੋ ਅਸੀਂ ਆਏ। ਗੁਰੂ ਨਾਨਕ ਪਾਤਸ਼ਾਹ ਭਾਈ ਬਾਲਾ ਜੀ ਨੂੰ ਕਹਿੰਦੇ, ਬਾਲਿਆ ਮੈਨੂੰ ਲੱਗਦਾ ਕਿਸੇ ਨੇ ਸਾਡੀ ਚੁਗਲੀ ਕੀਤੀ ਹੈ, ਬੁਰਾਈ ਕੀਤੀ। ਮੋਢੇ ਹੱਥ ਧਰ ਕੇ ਮੈਨੂੰ ਸੱਚੇ ਪਾਤਸ਼ਾਹ ਕਹਿਣ ਲੱਗੇ, ਬਾਲਾ ਜੀ ਮਾਹੌਲ ਘਰ ਦਾ ਠੀਕ ਨਹੀਂ ਲੱਗਦਾ। ਮੈਂ ਮਿੱਤਰ ਹੋਣ ਦਾ ਫਰਜ਼ ਅਦਾ ਕੀਤਾ। ਜੇ ਮੈਂ ਵੀ ਸੱਚੇ ਪਾਤਸ਼ਾਹ ਨੂੰ ਕਹਿ ਦਿੰਦਾ, ਹਾਂ ਮਹਾਰਾਜ ਕਿਸੇ ਨੇ ਚੁਗਲੀ ਕੀਤੀ, ਤੁਸੀਂ ਕੋਈ ਘਾਟਾ ਵਾਧਾ ਕੀਤਾ ਹੋਣਾ, ਕਿ ਮਿੱਤਰਾਂ ਦੇ ਕੰਮ ਨਹੀਂ ਨਾ। ਮੈਂ ਕਿਹਾ ਮਹਾਰਾਜ ਐਸਾ ਕੁਝ ਨਹੀਂ, ਅਸੀਂ ਕਿਸੇ ਦਾ ਕੀ ਮਾੜਾ ਕੀਤਾ, ਕਿਸੇ ਦਾ ਕੀ ਚੁੱਕਿਆ ਤੇ ਕੀ ਚੁਰਾਇਆ ਜੇ ਸਾਡੀ ਕੋਈ ਚੁਗਲੀ ਕਰੇਗਾ। ਨਹੀਂ ਕਰਤੇ ਕਛੂ ਕੁਕਾਰਾ ਸੁਣ ਨਾਨਕ ਬਚਨ ਉਚਾਰਾ। ਗੁਰੂ ਨਾਨਕ ਸਾਹਿਬ ਮਹਾਰਾਜ ਸੁਣ ਕੇ ਬੜੇ ਅਚਰਜਿਤ ਸਨ, ਕਿਉਂਕਿ ਇਹ ਸਦਾ ਭੈਣ ਨਾਨਕੀ ਹੈ। ਭੈਣ ਜੀ ਯਾਦ ਕਰਦੇ ਨੇ ਪਰ ਅਚਨਚੇਤ ਹੈ। ਭਾਈ ਬਾਲਾ ਜੀ ਕਹਿੰਦੇ, ਮਹਾਰਾਜ ਆਪਾਂ ਕਿਹੜਾ ਕੋਈ ਚੋਰੀ ਕੀਤੀ ਹੈ? ਚੋਰ ਨੂੰ ਤੇ ਡਰ ਹੁੰਦਾ ਨਾ, ਫੜੇ ਜਾਵਾਂਗੇ। ਜਿਹਨੇ ਮਾੜੇ ਕਰਮ ਕੀਤੇ ਨੇ ਖੌਫ ਤੇ ਉਹਨੂੰ ਹੋਣਾ ਚਾਹੀਦਾ ਹੈ। ਗਰੀਬ ਨਵਾਜ ਸਾਡੇ ਮਨ ਵਿੱਚ ਕੋਈ ਡਰ ਨਹੀਂ, ਅਸੀਂ ਕੁਝ ਬੁਰਾ ਨਹੀਂ ਕੀਤਾ ਤੇ ਨਾ ਕਿਸੇ ਦਾ ਬੁਰਾ ਲੋਚਿਆ, ਤੇ ਆਪਾਂ ਨੂੰ ਸੋਚਣਾ ਵੀ ਨਹੀਂ ਚਾਹੀਦਾ। ਪਰ ਅੰਤਰਜਾਮੀ ਪ੍ਰੀਤਮ ਕਹਿੰਦੇ, ਬਾਲਿਆ ਸਾਡਾ ਮਨ ਕਹਿੰਦਾ ਹੈ ਕਿਸੇ ਨੇ ਪਾਪ ਕਰਮ ਕੀਤਾ, ਆਖੋ ਸਤਿਨਾਮ ਅੰਤਰਜਾਮੀ। ਭਾਈ ਬਾਲਾ ਜੀ ਕਹਿੰਦੇ, ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਵੀ ਗੁਰੂ ਸਾਹਿਬ ਇਸ ਬਚਨ ਦਾ ਖਿਆਲ ਆਪਣੇ ਮਨ ਤੇ ਨਾ ਲੈ। ਮਿੱਤਰ ਦਾ ਕਰਮ ਕੀ ਹੁੰਦਾ ਹੈ? ਆਪਣੇ ਮਿੱਤਰ ਨੂੰ ਦੁਖੀ ਨਹੀਂ ਦੇਖਣਾ। ਜੇ ਉਹ ਕੋਈ ਘਾਟਾ ਵਾਧਾ ਹੁੰਦਾ ਹੈ, ਉਹਨੂੰ ਸਖਤ ਹੋ ਕੇ ਕਹਿ ਦੇਣਾ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ। ਭਾਈ ਬਾਲਾ ਜੀ ਕਹਿੰਦੇ, ਮਹਾਰਾਜ ਆਪਣੇ ਚ ਤੇ ਕਮੀ ਕੋਈ ਨਹੀਂ, ਆਪਾਂ ਕੁਛ ਮਾੜਾ ਨਹੀਂ ਕੀਤਾ, ਕਿਸੇ ਦੀ ਦੇਣਦਾਰੀ ਨਹੀਂ, ਤੇ ਏਦਾਂ ਕਿਉਂ ਸੋਚਦੇ ਹੋ? ਕਹਿੰਦੇ ਮੈਂ ਉਸ ਗੱਲ ਨੂੰ ਘੁਮਾਇਆ ਫਰਾਇਆ। ਮਹਾਰਾਜ ਕਹਿੰਦੇ ਚੱਲ ਕੋਈ ਨਹੀਂ ਬਾਲਿਆ, ਫਿਰ ਵਕਤ ਵਿਚਾਰਦੇ ਆ, ਦੇਖਦੇ ਆ ਕੀ ਹੋਣ ਲੱਗੇ, ਕਿਉਂ ਕਰੇ ਸਦਾ ਮਿਲਿਆ ਏ। ਹੈ ਆਪਨ ਮੈਂ ਜੋ ਮਿਠਾਈ ਸੋ ਬਾਲਾ ਆਨ ਉਚਾਈ। ਗੁਰੂ ਸਾਹਿਬ ਕਹਿੰਦੇ, ਬਾਲਿਆ ਵੇਖ
ਸਾਡੀ ਦੁਕਾਨ ਦੇ ਵਿੱਚ ਮਿੱਠਾ ਕੀ ਪਿਆ? ਕਹਿੰਦੇ ਵੇਖਿਆ ਗੁੜ ਅਤੇ ਸ਼ੱਕਰ ਤੇ ਫਤਿਹ ਹੋਣ ਵਾਲੀ ਹੈ, ਉੱਤੇ ਵੰਡਿਆ ਗਿਆ ਹੈ। ਮੈਂ ਕਿਹਾ ਮਰਦ 2.5 ਸੇਰ ਪਤਾਸੇ ਪਾਏ ਨੇ। ਸਤਿਗੁਰ ਕਹਿੰਦੇ ਬਾਲਿਆ ਫਿਰ ਕੱਪੜੇ ਚ ਪਾ ਲਾ, ਬੰਨ ਲੈ, ਇਹ ਲੈ ਕੇ ਜਾਣੇ ਖਾਲੀ ਨਹੀਂ ਜਾਣਾ, ਕਿਉਂਕਿ ਘਰੇ ਕੁੜੱਤਣ ਚੱਲ ਰਹੀ ਹੈ, ਮਿਠਾਸ ਲੈ ਕੇ ਜਾਓ। ਪੁਰਾਣੇ ਸਮੇਂ ਮਿੱਠਾ ਲੈ ਕੇ ਕਿਉਂ ਆਉਂਦੇ ਸੀ ਲੋਕ? ਮਿੱਠੇ ਦਾ ਇੱਕੋ ਹੀ ਭਾਵ ਹੁੰਦਾ ਸੀ, ਇਹ ਪੋਜ਼ਿਟਿਵਿਟੀ ਸੀ। ਕੋਈ ਮਿੱਠਾ ਲੈ ਕੇ ਆਏਗਾ, ਫਲ ਲੈ ਕੇ ਆਏਗਾ, ਰਿਸ਼ਤਿਆਂ 'ਚ ਮਿਠਾਸ ਰਹੇਗੀ। ਇਹ ਲੋਕਾਂ ਦੀ ਸੋਚਣੀ ਸੀ, ਥਿਊਰੀ ਸੀ ਉਹਨਾਂ ਦੀ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਬਾਲਿਆ ਪਤਾਸੇ ਵੇਖ ਕੇ ਨੇ। ਮੈਂ ਕਿਹਾ ਮਰਦ 2.5 ਸੇਰ ਹੋਣੇ। ਗਰੀਬ ਨਵਾਜ ਕਹਿੰਦੇ ਫਿਰ ਪੱਲੇ 'ਚ ਪਾ ਲੈ, ਬੰਨ ਲੈ ਭਾਈ, ਮੋਢੇ ਤੇ ਰੱਖ ਲੈ। ਲੈ 2.5 ਸੇਰ ਪਤਾਸੇ, ਉਠ ਰੀਸ਼ਤ ਭੇ ਸੁਖ ਵਾਸੇ। ਕਿਰਪਾ ਦੇ ਘਰ ਪਾਤਸ਼ਾਹ ਆਪ ਉੱਠੇ ਨੇ, ਦੁਕਾਨ ਨੂੰ ਬੰਦ ਨਹੀਂ ਕੀਤਾ ਗਿਆ ਮੋਦੀ ਖਾਨੇ ਨੂੰ। ਭਾਈ ਬਾਲਾ ਜੀ ਕਹਿੰਦੇ ਮੈਂ 2.5 ਸੇਰ ਪਤਾਸੇ ਪਾ ਕੇ ਬੰਨ ਕੇ ਮੋਢੇ ਤੇ ਪੋਟਲੀ ਰੱਖ ਲਈ। ਗਰੀਬ ਨਵਾਜ ਸਤਿਗੁਰ ਮੇਰੇ ਨਾਲ ਨਾਲ ਤੁਰੇ ਜਾਂਦੇ ਨੇ ਸੱਜੇ ਪਾਸੇ, ਪਰ ਚੁੱਪ ਨੇ। ਅੱਜ ਚਿਹਰੇ ਤੇ ਕੋਈ ਬਹੁਤੀ ਖੁਸ਼ੀ ਨਹੀਂ ਹੈ, ਕਿਉਂਕਿ ਇਹ ਜੋ ਆਪ ਦੀ ਚੋਜ ਸਰਵਣ ਕਰ ਰਹੇ ਹੋ, ਇਹ ਸਰਗੁਣ ਸਰੂਪ ਦੇ ਨੇ। ਨਿਰਗੁਣ ਦੇ ਵਿੱਚ ਤੇ ਆਪ ਹੀ ਖੇਲਦਾ ਹੈ, ਔਗਣਾ ਤੋਂ ਰਹਿਤ ਹੈ, ਦੁੱਖ ਸੁੱਖ ਤੋਂ ਰਹਿਤ ਹੈ, ਪਰ ਇਹ ਚੋਜ ਆਪ ਵਰਤਾਏ ਹੋਏ ਨੇ ਸਾਨੂੰ ਬਾਤ ਦੇਣ ਲਈ, ਸਾਨੂੰ ਸਮਝਾਉਣ ਲਈ। ਕਹਿੰਦੇ ਗੁਰੂ ਸਾਹਿਬ ਖਾਮੋਸ਼ ਸਨ, ਚੁੱਪ ਸਨ। ਏਦਾਂ ਲੱਗਦਾ ਸੀ ਕੋਈ ਉਦਾਸੀ ਹੋਵੇ, ਮਨ ਗਮਗੀਨ ਹੋਵੇ। ਕਹਿੰਦੇ ਚੁੱਪ ਚਪੀਤੇ ਭੈਣ ਜੀ ਦੇ ਘਰ ਵੱਲ ਵਧੇਗਾ। ਰਸਤੇ ਦੇ ਵਿੱਚ ਮੈਂ ਬੁਲਾਇਆ ਵੀ, ਪਰ ਬਹੁਤੇ ਖੁਸ਼ ਹੋ ਕੇ ਬੋਲੇ ਨਹੀਂ। ਚੱਲ ਆਈ ਸੁਸੰਗ ਕੀਤਾ, ਹੈ ਸੰਗ ਗਇਓ ਕਰ ਹਿਤਾ। ਕਹਿੰਦੇ ਮੈਂ ਸਤਿਗੁਰਾਂ ਦੇ ਨਾਲ ਸੀ, ਘਰੇ ਆਏ, ਲਿਆ ਕਰਕੇ ਉਹ ਪਤਾਸੇ ਜਿਹੜੇ ਮਿੱਠੇ ਸੀ ਭੈਣ ਜੀ ਦੇ ਨੇੜੇ ਰੱਖ ਦਿੱਤੇ। ਭੈਣ ਨਾਨਕੀ ਨੇ ਬੜੇ ਅਦਬ ਨਾਲ ਜੀ ਆਇਆ ਆਖਿਆ, ਕਿਉਂਕਿ ਉਹ ਰੱਬ ਸਮਝਦੇ ਨੇ, ਮੰਨਦੇ ਨੇ ਰੱਬ। ਆਖਿਆ ਵੀਰ ਬਹਿ ਜਾਓ ਤੱਕੀ ਤੇ। ਗੁਰੂ ਸਾਹਿਬ ਬੈਠੇ। ਕਹਿੰਦੇ ਪਰ ਪਾਤਸ਼ਾਹ ਏਦਾਂ ਲੱਗਦੇ ਨੇ ਜਿੱਦਾਂ ਬੇਚੈਨ ਹੋਣ, ਕੁਛ ਜਾਣਦੇ ਹੋਣ। ਬੇਚੈਨ ਕੌਣ ਹੁੰਦਾ? ਜਿਹਨੂੰ ਕੁਛ ਪਤਾ ਹੋਵੇ, ਜਿਹਨੂੰ ਪਤਾ ਕੱਖ ਨਹੀਂ। ਉਹ ਲਾਪਰਵਾਹ ਵੀ ਹੁੰਦਾ ਹੈ, ਕਈ ਵਾਰ ਬੇਪਰਵਾਹ ਵੀ ਹੁੰਦਾ ਹੈ, ਪਤਾ ਲੱਗੇ ਤਾਂ ਉਦਾਸ ਹੁੰਦਾ ਹੈ। ਇਹ ਮਰਦ ਦਾ ਚੋਰ ਸੀ। ਖੁਸ਼ੀ ਅਤੇ ਗਮੀ ਗੁਰੂ ਨਾਨਕ ਸਾਹਿਬ ਜੀ ਤੇ ਪ੍ਰਭਾਵ ਨਹੀਂ ਪਾ ਸਕਦੀ। ਜੇ ਮਾਇਆ ਨੇ ਅਸਰ ਨਹੀਂ ਕੀਤਾ ਤੇ ਕਰ ਦੇ ਚੋਰ ਵਰਤਾਉਂਦੇ ਰਹੇ ਆ। ਕਹਿੰਦੇ ਚੁੱਪ ਚਪੀਤੇ ਸਤਿਗੁਰ ਸੱਚੇ ਪਾਤਸ਼ਾਹ ਬੈਠੇ ਗਏ। ਭੈਣ ਜੀਆਂ ਜਲ ਪਾਣੀ ਛਕਾਇਆ, ਪਰ ਸੱਚੇ ਪਾਤਸ਼ਾਹ ਦਾ ਮਨ ਏਦਾਂ ਸੀ ਜਿਵੇਂ ਕਿਸੇ ਗੱਲ ਦਾ ਪਤਾ ਹੋਵੇ। ਪਰ ਕੁਛ ਘੜੀਆਂ, ਕੁਛ ਪਲ ਚੁੱਪ ਬੈਠੇ ਰਹੇ। ਉਠ ਕੀਨੋ ਭੋ ਸਤਕਾਰੋ, ਮਚ ਦੀਨ ਵਿਛਾਈ ਜੋ ਚਾਰੋ। ਹੁਣ ਭੈਣ ਜੀਆਂ ਨੇ ਪਲਕਾ ਵਿਛਾਇਆ, ਆਖਿਆ ਵੀਰ ਜੀ ਉੱਪਰ ਬਹਿ ਜਾਓ। ਸਤਿਗੁਰ ਬਹਿ ਗਏ, ਪਰ ਖੁਸ਼ੀ ਦਾ ਆਲਮ ਨਹੀਂ। ਜੈ ਰਾਮ ਜੀ ਦੁਖੀ ਨੇ ਅੱਜ, ਕਿਉਂਕਿ ਕਿਸੇ ਚੁਗਲਖੋਰ ਨੇ ਚੁਗਲੀ ਕੀਤੀ ਸੀ। ਮਨ ਤੇ ਉਸ ਚੀਜ਼ ਦਾ ਪ੍ਰਭਾਵ ਸੀ, ਉਹ ਅੰਦਰੋਂ ਅੰਦਰ ਘੁਣ ਵਾਂਗ ਖਾ ਰਹੇ ਸੀ ਆਪਣੇ ਆਪ। ਪਤੀ ਪਤਨੀ ਆਪਸ ਵਿੱਚ ਗੱਲਬਾਤ ਕਰਕੇ ਹਟੇ ਨੇ। ਇਸ ਕਰਕੇ ਭੈਣ ਨਾਨਕੀ ਜੀ ਵੀ ਕੋਸ਼ਿਸ਼ ਕਰਦੇ ਨੇ ਵੀ ਸਾਡੇ ਚਿਹਰੇ ਦੀ ਉਦਾਸੀ, ਮਨ ਦੀ ਗੱਲ ਸਤਿਗੁਰਾਂ ਤੱਕ ਨਾ ਜਾਵੇ। ਕਿਵੇਂ ਨਾ ਕਿਵੇਂ ਇਸ ਗੱਲ ਉੱਤੇ ਥੋੜਾ ਪਰਦਾ ਰੱਖਿਆ ਜਾਵੇ। ਤਬ ਬੋਲੇ ਬੇਦਿਆਨ ਕੀਤਾ, ਕਹੋ ਭਗਨੀ ਬੋਲਣ ਹੀਤਾ। ਗੁਰੂ ਸਾਹਿਬ ਥੋੜੀ ਦੇਰ ਬਾਅਦ ਆਪ ਹੀ ਬੋਲੇ, ਆਖਣ ਲੱਗੇ ਭੈਣ ਜੀ ਤੁਸੀਂ ਸਾਨੂੰ ਸੁਨੇਹਾ ਭੇਜਿਆ ਸੀ, ਆਵਾਜ਼ ਤੁਲਸਾ ਦਾਸੀ ਆਈ ਹੈ। ਉਹਨੇ ਆ ਕੇ ਸਾਨੂੰ ਕਿਹਾ ਵੀ ਭੈਣ ਜੀ ਤੁਹਾਨੂੰ ਘਰੇ ਬੁਲਾਉਂਦੇ ਨੇ, ਜਿਹੜਾ ਵੀ ਕੰਮ ਕਰਦੇ ਹੋ ਛੱਡ ਕੇ ਆਓ। ਆ ਗਏ ਆ ਅਸੀਂ, ਦੱਸੋ ਕੀ ਹੋਇਆ, ਕੀ ਗੱਲ ਹੈ, ਖੈਰ ਸੁੱਖ ਹੈ। ਜਦੋਂ ਗੁਰੂ ਸਾਹਿਬ ਨੇ ਬਚਨ ਆਖੇ, ਭਾਈ ਬਾਲਾ ਜੀ ਕਹਿੰਦੇ ਮੈਂ ਕੋਲੇ ਚੁੱਪਚਾਪ ਬੈਠਾ ਰਿਹਾ। ਪਤਾ ਮੈਨੂੰ ਵੀ ਸੀ ਵੀ ਅੰਤਰਜਾਮੀ ਪ੍ਰੀਤਮ ਪਿਆਰੇ ਸਭ ਕੁਝ ਜਾਣਦੇ ਆ, ਪਰ ਸੁਣਨਾ ਚਾਹੁੰਦੇ। ਭੈਣ ਜੀ ਸਾਨੂੰ ਬੁਲਾਇਆ ਸੀ, ਤੁਸੀਂ ਸਦਾ ਦਿੱਤਾ ਏ। ਤੁਮ ਹਮਕੋ ਬੋਲ ਪਠਾਇਓ,
ਸੁਣ ਆਇਸ ਮੈਂ ਚੱਲ ਆਇਓ। ਵੇਖੋ ਤੁਹਾਡੀ ਆਗਿਆ ਮੰਨ ਕੇ, ਤੁਹਾਡਾ ਹੁਕਮ ਮੰਨ ਕੇ ਅਸੀਂ ਉਸੇ ਵੇਲੇ ਜਿਹੜਾ ਕੰਮ ਕਰਦੇ ਸੀ ਛੱਡ ਕੇ ਆ ਗਏ। ਪਰ ਤੁਸੀਂ ਦੱਸੋ ਐਸਾ ਕੀ ਹੋਇਆ ਸਾਨੂੰ ਕੰਮ ਕਰਦਿਆਂ ਨੂੰ ਅਚਨਚੇਤ ਬੁਲਾਇਆ ਏ। ਕਹਿ ਕਾਲੋ ਧਨ ਜਾ ਭਾਈ ਤਬ ਦਰਸ਼ਨ ਮਨ ਲਲਚਾਈ। ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਭੈਣ ਨਾਨਕੀ ਜੀ ਹੱਸ ਪਏ, ਹੱਥ ਜੋੜ ਕੇ ਆਖਣ ਲੱਗੇ, ਵੀਰ ਜੀ ਭਰਾਵਾ ਦਰਸ਼ਨਾਂ ਨੂੰ ਚਿੱਤ ਲੋਚਦਾ ਸੀ ਤਾਂ ਬੁਲਾਇਆ। ਆਖੋ ਸਤਿਨਾਮ। ਦਰਸ਼ਨ ਕਰਨੇ ਚਾਹੁੰਦੇ ਸੀ। ਸੱਚੇ ਪਾਤਸ਼ਾਹ ਨੇ ਸੀਸ ਹਿਲਾਇਆ, ਭੈਣ ਜੀ ਇਹ ਗੱਲ ਨਹੀਂ ਹੈ। ਸਿਰ ਹਿਲਾਉਣ ਤੋਂ ਬਾਅਦ ਵੀ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਆ। ਭੈਣ ਜੀ ਕਹਿੰਦੇ ਪਾਤਸ਼ਾਹ ਚਿੱਤ ਕਰਦਾ ਸੀ ਤੁਹਾਡੇ ਦੀਦਾਰ ਕਰੀਏ। ਤਬ ਭੇਜੀ ਤੁਲਸਾਂ ਦਾਸੀ ਅਬ ਦੇਖਤ ਹਿਰਦਾ ਵਿਕਾਸੀ। ਪਾਤਸ਼ਾਹ ਤੁਹਾਡੇ ਦਰਸ਼ਨ ਕਰਕੇ ਮਨ ਬਾਗੋ ਬਾਗ ਹੋ ਗਿਆ। ਬਸ ਮਨ ਵਿੱਚ ਫੁਰਨਾ ਆਇਆ, ਤੁਲਸਾਂ ਦਾਸੀ ਨੂੰ ਭੇਜ ਦਿੱਤਾ। ਮਰਦ ਥੋੜਾ ਜਿਹਾ ਮੁਸਕਰਾਏ, ਕਹਿੰਦੇ ਭੈਣ ਜੀ ਗੱਲ ਕੋਈ ਹੋਰ ਆਖੋ ਸਤਿਨਾਮ। ਦਰਸ਼ਨਾਂ ਦੀ ਨਹੀਂ ਹੈ ਇਹ ਸੁਭਾਵਿਕ ਗੱਲ। ਆਪਾਂ ਕਿਸੇ ਨੂੰ ਬੁਲਾਈਏ, ਅਗਲਾ ਪੁੱਛੇ ਕਿਉਂ ਬੁਲਾਇਆ, ਬਸ ਮਿਲਣਾ ਹੀ ਸੀ। ਮਿਲਿਆ ਤੇ ਫੋਨ ਤੇ ਵੀ ਜਾ ਸਕਦਾ, ਵੀਡੀਓ ਕਾਲ ਤੇ ਵੀ ਜਾ ਸਕਦਾ। ਬੁਲਾਉਣ ਦਾ ਭਾਵ ਕੀ ਹੈ? ਥੋੜੀ ਦੇਰ ਬਾਅਦ ਬੰਦਾ ਦੱਸ ਹੀ ਦਿੰਦਾ, ਹਾਂ ਫਲਾਣੀ ਗੱਲ ਕਰਕੇ ਤੁਹਾਨੂੰ ਬੁਲਾਇਆ ਸੀ, ਆ ਕੰਮ ਸੀ। ਗੁਰੂ ਸਾਹਿਬ ਨੇ ਫੇਰ ਦੁਹਰਾਇਆ, ਭੈਣ ਜੀ ਸੱਚੀ ਗੱਲ ਦੱਸੋ ਚੱਲ ਕੀ ਰਿਹਾ ਘਰ 'ਚ? ਲੱਗਦਾ ਕਿਸੇ ਨੇ ਸਾਡੇ ਬਾਰੇ ਕੁਝ ਕਿਹਾ ਹੈ। ਭੈਣ ਨਹੀਂ ਸੀ ਚਾਹੁੰਦੇ ਵੀ ਸੱਚੇ ਪਾਤਸ਼ਾਹ ਨਾਰਾਜ਼ ਹੋਣ। ਡਰ ਆ ਉਹਨਾਂ ਨੂੰ ਇਸ ਗੱਲ ਦਾ ਵੀ ਇਹ ਬੇਪਰਵਾਹ ਨੇ। ਜੇ ਕਿਸੇ ਗੱਲ ਦਾ ਪਤਾ ਲੱਗਿਆ ਉਹਦੀ ਕਹਿਣਾ ਚੱਲ ਵਾਲਿਆ ਚੱਲੀਏ, ਆਪਾਂ ਨਹੀਂ ਰਹਿਣਾ। ਕਿਸੇ ਦੀ ਪਰਵਾਹ ਨਹੀਂ ਕਰਦੇ, ਡਰਦੇ ਨਹੀਂ ਕਿਸੇ ਤੋਂ, ਕਿਉਂਕਿ ਲੈਣ ਦੇਣ ਨਹੀਂ ਕਿਸੇ ਨਾਲ, ਉਹ ਤੇ ਮਾਇਆ ਤੋਂ ਉੱਚੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਦੂਜੀ ਵਾਰ ਫੇਰ ਦੁਹਰਾ ਕੇ ਕਹਿਣ ਲੱਗੇ, ਭੈਣ ਜੀ ਅਸਲ ਗੱਲ ਦੱਸੋ ਕੀ ਹੈ? ਸਾਡੇ ਬਾਰੇ ਤੁਹਾਨੂੰ ਕਿਸੇ ਨੇ ਕੀ ਆਖਿਆ ਏ? ਸ੍ਰੀ ਨਾਨਕ ਬਚਨ ਉਚਾਰੇ ਸੁਣ ਭਗਨੀ ਜਿਦੈ ਹਮਾਰੀ। ਜਦੋਂ ਭੈਣ ਜੀ ਨੇ ਆਖਿਆ ਵੀਰ ਜੀ ਕੁਛ ਨਹੀਂ ਹੋਇਆ, ਕਿੱਡਾ ਵੱਡਾ ਹੌਸਲਾ ਹੈ। ਸਤਿਗੁਰ ਕਹਿੰਦੇ ਨਹੀਂ ਭੈਣੇ, ਕਿਸੇ ਨੇ ਚੁਗਲੀ ਕੀਤੀ ਏ, ਮੇਰਾ ਮਨ ਕਹਿੰਦਾ ਆਖੋ ਸਤਿਨਾਮ। ਦਿਲ ਕਹਿੰਦਾ ਸਾਡਾ। ਕਿਸੇ ਨੇ ਇਹੋ ਜਿਹੀ ਗੱਲ ਕੀਤੀ ਹੈ, ਪਾਪੜ ਮਚਾ ਕੇ ਰੱਖਦਾ। ਗੁਰੂ ਸਾਹਿਬ ਨੂੰ ਕਿਸੇ ਦੀ ਨਿੰਦਿਆ, ਕਿਸੇ ਦੀ ਚੁਗਲੀ ਨਾਲ ਫਰਕ ਨਹੀਂ ਪੈਂਦਾ, ਕੋਈ ਫਰਕ ਨਹੀਂ ਹੈ। ਇਹ ਚੋਰ ਆ ਉਹਨਾਂ ਦਾ, ਵੇਖਿਓ ਜਾਂਦਾ ਕਿਹੜੇ ਪਾਸੇ ਹੈ। ਸਤਿਗੁਰ ਕਹਿੰਦੇ ਸਾਡੇ ਮਨ ਵਿੱਚ ਆ ਰਿਹਾ ਹੈ, ਫੁਰਨਾ ਬਣਦਾ ਹੈ ਵੀ ਕਿਸੇ ਨੇ ਸਾਡੀ ਇੰਨੀ ਬੁਰਾਈ ਕੀਤੀ ਹੈ, ਜਿਹੜੀ ਹੱਥਾਂ ਹੀ ਤੋੜ ਕੇ ਰੱਖ ਦਿੱਤੀਆਂ। ਜਾਣਦੇ ਵੀ ਨੇ ਗੁਰੂ ਪਾਤਸ਼ਾਹ ਬੁਰਾਈ ਕਰਕੇ ਕੌਣ ਗਿਆ, ਕਿਹਨੇ ਕੀ ਕਿਹਾ, ਪਰ ਉਹ ਬੁਰੇ ਨੂੰ ਬੁਰਾ ਨਹੀਂ ਕਹਿੰਦੇ, ਸਿਰਫ ਕਾਰਨ ਜਾਣਨਾ ਚਾਹੁੰਦੇ ਆ। ਕਾਰਨ ਜਦੋਂ ਸਤਿਗੁਰਾਂ ਨੇ ਇਹ ਤੀਜੀ ਵਾਰ ਗਿਆ ਨਾ, ਭੈਣ ਜੀ ਚੁੱਪ ਹੋ ਗਏ। ਫਿਰ ਕੋਈ ਜਵਾਬ ਦਿੱਤਾ ਨਾ। ਧਰਮ ਹੋਇਓ ਦੇਹੋ ਬਤਾਈ ਕਿਸ ਕਾਰਜ ਮੋਹਿ ਬਲਾਈ। ਜਦੋਂ ਕੋਈ ਜਵਾਬ ਨਾ ਮਿਲਿਆ, ਸਤਿਗੁਰਾਂ ਨੇ ਫੇਰ ਆਖਿਆ, ਭੈਣ ਜੀ ਸਾਡੇ ਮਨ ਵਿੱਚ ਭਰਮ ਉੱਠ ਰਿਹਾ ਹੈ, ਖਿਆਲ ਆਉਂਦੇ ਨੇ, ਬਿਨਾਂ ਕੰਮ ਤੋਂ ਤੁਸੀਂ ਸਾਨੂੰ ਅੱਜ ਨਹੀਂ ਬੁਲਾਇਆ। ਅਸਲ ਗੱਲ ਦੱਸੋ, ਸਿੱਧਾ ਸਿੱਧਾ ਉਹ ਕੰਮ ਕੀ ਹੈ? ਕਿਸ ਬੰਦੇ ਨੇ ਸਾਡੇ ਬਾਰੇ ਤੁਹਾਨੂੰ ਕੀ ਕਿਹਾ? ਭੈਣ ਜੀ ਦੇ ਨੇਤਰਾਂ 'ਚ ਹੰਝੂ ਆ ਗਏ, ਕਿਉਂਕਿ ਇਸੇ ਗੱਲ ਪਿੱਛੇ ਉਹਨਾਂ ਦੇ ਪਤੀ ਜੈਰਾਮ ਬੋਲ ਕੇ ਹਟੇ ਨੇ ਵੀ ਮੈਨੂੰ ਲੋਕਾਂ ਨੇ ਦੱਸਿਆ ਨਵਾਬ ਦੌਲਤ ਖਾਨ ਦੇ ਨਾਲ ਤੁਹਾਡੀ ਲੜਾਈ ਹੋਏਗੀ, ਬਦਨਾਮੀ ਹੋਏਗੀ, ਉਹ ਮੁਸਲਮਾਨ ਰਾਜਾ ਹੈ। ਨਾਨਕ ਜੀ ਨੇ ਤੇ ਮੋਦੀ ਖਾਨਾ ਉਜਾੜ ਦੇਣਾ, ਉਹਦੇ ਪੈਸੇ ਵੰਡਣ ਲੱਗੇ, ਅੱਗੇ ਤੇ ਰਾਸ਼ਟਰ ਬਣਦੇ ਸੀ। ਇਹ ਗੱਲਾਂ ਕੇਵਲ ਭੈਣ ਜੀ ਨੇ ਸੁਣ ਕੇ ਜਾਈਆਂ, ਅੰਤਰਜਾਮੀ ਪਹਿਲਾਂ ਤੋਂ ਹੀ ਜਾਣਦੇ ਸੀ। ਭਾਈ ਬਾਲਾ ਜੀ ਸੋਚਦੇ ਆ ਮਾਨੀ ਮਨ ਵੀ ਜੇ ਸਿਚੁਏਸ਼ਨ ਖਰਾਬ ਹੋਈ, ਜੇ ਹਾਲਾਤ ਵਿਗੜੇ, ਮੈਨੂੰ ਸਮਝਾਉਣੇ ਪੈਣੇ। ਇੱਕ ਮਿੱਤਰ ਦਾ ਫਰਜ਼ ਇਹੀ ਹੁੰਦਾ ਹੈ, ਆਪਣੇ ਮਿੱਤਰ ਦੇ ਘਰ ਨੂੰ ਆਪਣਾ ਮਿੱਤਰ ਸਮਝ ਕੇ ਜ਼ਿੰਮੇਵਾਰੀ ਨਿਭਾਏ। ਕਹਿੰਦੇ ਮੈਂ ਨਹੀਂ ਬੋਲਿਆ, ਗੁਰੂ ਅੰਗਦ ਦੇਵ ਮਹਾਰਾਜ ਸਮੇਂ ਦੇ ਹਾਲਾਤਾਂ ਨੂੰ ਮੈਂ ਖੁਦ ਆਪ ਭੋਗਦਾ ਰਿਹਾ। ਬਚ ਭਾਣੇ ਨਾਨਕੀ ਐਸੇ ਤੁਮ ਜਾਣਤ ਸਭ ਵਿਦ ਜੈਸੇ। ਜਦੋਂ ਗੁਰੂ ਸਾਹਿਬ ਨੇ ਅਸਲ ਗੱਲ ਆਪ ਹੀ ਕਹਿ ਦਿੱਤੀ ਨਾ
ਵੀ ਕਿਸੇ ਨੇ ਚੁਗਲੀ ਕੀਤੀ ਸਾਡੀ, ਕਿਸੇ ਨਿੰਦਕ ਨੇ ਨਿੰਦਾ ਕੀਤੀ ਹੈ। ਭੈਣ ਨਾਨਕੀ ਜੀ ਨੇਤਰਾਂ 'ਚ ਜਦੋਂ ਅਥਰੂ ਆ ਗਏ, ਹੱਥ ਜੋੜ ਕੇ ਕਹਿੰਦੇ ਪਾਤਸ਼ਾਹ ਤੁਸੀਂ ਜਾਣੀ ਜਾਣੋ, ਸਭ ਕੁਝ ਹੀ ਤੇ ਜਾਣਦੇ ਹੋ। ਆਖੋ ਸਤਿਨਾਮ। ਪਤਾ ਕੀ ਹੈ ਤੁਹਾਡੇ, ਕੀ ਛੁਪਾਇਆ ਜਾ ਸਕਦਾ ਹੈ? ਸਭ ਕੁਝ ਜਾਣਦੇ ਹੋ, ਤੁਹਾਡੇ ਤੋਂ ਅਸੀਂ ਕੁਝ ਛੁਪਾ ਨਹੀਂ ਸਕਦੇ। ਉਹ ਅੰਤਰਯਾਮੀ ਜਾਨੋ, ਬਿਨ ਬੋਲਤ ਸਭੈ ਪਛਾਨੋ। ਜੇ ਤੁਸੀਂ ਪਛਾਣ ਹੀ ਲਿਆ, ਪਰਦਾ ਜ਼ਾਹਰ ਹੋ ਹੀ ਗਿਆ, ਗਰੀਬ ਨਵਾਜ ਫਿਰ ਸਾਡੇ ਮੂੰਹ ਤੋਂ ਸੁਣਨਾ ਵੀ ਕੀ ਹੈ? ਬਿਨ ਵਤਨੇ ਬਿਨ ਕਹਿਣ ਕਹਾਵਨ, ਉਹ ਅੰਤਰਜਾਮੀ ਜਾਂਦਾ ਹੈ। ਉਹ ਰੱਬ ਬਿਨਾਂ ਬੋਲਿਆ ਅੰਦਰ ਦੀਆਂ ਗੱਲਾਂ ਜਾਣਦਾ ਹੈ, ਕਿਉਂਕਿ ਉਹ ਤੁਹਾਡੇ ਬੋਲਾਂ ਨੂੰ ਨਹੀਂ ਪੜ੍ਹਦਾ, ਤੁਹਾਡੀ ਸੁਰਤ ਵਿੱਚ ਚੱਲਦੇ ਖਿਆਲਾਂ ਨੂੰ ਵਰਜਦਾ ਹੈ। ਇਸੇ ਕਰਕੇ ਬਾਣੀ ਕਹਿੰਦੀ ਬਿਨ ਬੋਲਿਆ ਸਭ ਕੁਝ ਜਾਣਦਾ। ਉਹਨੂੰ ਬੋਲ ਕੇ ਨਹੀਂ ਕਹਿਣਾ ਪੈਂਦਾ ਰੱਬਾ ਮੇਰਾ ਭਲਾ ਕਰੇ। ਉਹ ਤੇਰੇ ਫੁਰਨਿਆਂ ਨੂੰ ਪੜ੍ਹ ਕੇ, ਤੇਰੇ ਵਿਚਾਰਾਂ ਨੂੰ ਪੜ੍ਹ ਕੇ ਕਰਦਾ ਸਾਰਾ ਕੁਝ। ਜਦੋਂ ਕਹਿੰਦੇ ਇਹ ਬਚਨ ਗੁਰੂ ਸਾਹਿਬ ਨੇ ਕਹਿ ਦਿੱਤੇ ਨਾ, ਭੈਣ ਜੀ ਜੋ ਹੋਇਆ ਭਲਾ ਹੋਇਆ, ਕਰਤਾਰ ਦੀ ਰਜ਼ਾ ਵਿੱਚ ਹੋਇਆ। ਪਰ ਅਸੀਂ ਕਿਸੇ ਦਾ ਉਧਾਰ ਆਪਣੇ ਸਿਰ ਨਹੀਂ ਰੱਖਣਾ ਚਾਹੁੰਦੇ। ਬਿਨਾਂ ਗੱਲ ਕੀਤਿਆਂ ਸਤਿਗੁਰਾਂ ਨੇ ਆਪ ਹੀ ਕਹਿ ਦਿੱਤਾ ਇਹ ਵੀ ਕਿਸੇ ਦਾ ਉਧਾਰ, ਕਿਸੇ ਦਾ ਲੋਭ, ਕਿਸੇ ਦਾ ਜੋਰ ਅਸੀਂ ਸਿਰ ਨਹੀਂ ਰੱਖਣਾ। ਸਾਡੇ ਕੋਲ ਚੁੱਕਿਆ ਜਾਂਦਾ ਹੈ ਭਾਰ। ਭੈਣ ਜੀ ਗੱਲ ਖੁੱਲ ਕੇ ਕਰ ਦਿਓ, ਜੀਜਾ ਜੀ ਕੀ ਕਹਿੰਦੇ ਆ। ਪਰ ਭੈਣ ਜੀ ਦੇ ਨੇਤਰਾਂ 'ਚ ਹੰਝੂ ਸੀ। ਉਹ ਸੋਚਦੇ ਆ ਵੀ ਜੇ ਗੱਲ ਕੋਰੇ ਕਰਾਰੇ ਤਰੀਕੇ ਨਾਲ ਹੋ ਗਈ ਤੇ ਮਰਦ ਛੱਡ ਕੇ ਤੁਰ ਜਾਣਗੇ ਸਾਰਾ। ਮਸਾ ਮਸਾ ਤੇ ਇਹਨਾਂ ਨੂੰ ਬੇਨਤੀਆਂ ਕਰਕੇ ਲੈ ਕੇ ਆਏ ਆ, ਦੁੱਧਾਂ 'ਚ ਪੈ ਗਏ। ਹੁਣ ਕੀ ਆਖੀਏ? ਸੁਣ ਭਗਨੀ ਮੈਂ ਔਰ ਗਿਆਨੀ, ਮੁਰ ਦੂਤੀ ਕਿਨੈ ਬਖਾਨੀ। ਸਤਿਗੁਰ ਆਪ ਹੀ ਹੱਸ ਕੇ ਕਹਿਣ ਲੱਗੇ ਭੈਣ ਜੀ, ਜਿਹਨੇ ਚੁਗਲੀ ਕੀਤੀ ਚੰਗਾ ਕੀਤਾ। ਜੇ ਉਹ ਚੁਗਲੀ ਨਾ ਕਰਦਾ ਤੇ ਅੱਜ ਆਪਾਂ ਇਕੱਠੇ ਕਿਵੇਂ ਬਹਿੰਦੇ? ਆਖੋ ਸਤਿਨਾਮ। ਇਹ ਗੱਲਾਂ ਕਿਵੇਂ ਹੁੰਦੀਆਂ? ਕਿਹਾ ਨਾ ਬਾਦਸ਼ਾਹ ਨੇ ਵੀ ਜੋ ਕਰਤਾਰ ਨੇ ਕੀਤਾ ਚੰਗਾ ਕੀਤਾ। ਜਦ ਤੁਹਾਡੀ ਕੋਈ ਬੁਰਾਈ ਕਰਦਾ ਚਿੰਤਾ ਨਾ ਕਰੋ, ਕਿਉਂਕਿ ਉਹ ਇਨਸਾਨ ਮੁਫਤ ਵਿੱਚ ਆਪਣੀ ਜ਼ਿੰਦਗੀ ਦਾ ਸਮਾਂ ਬਰਬਾਦ ਕਰਕੇ ਤੁਹਾਡੇ ਔਗਣਾਂ ਨੂੰ ਆਪਣੀ ਜ਼ੁਬਾਨ ਨਾਲ ਧੋ ਰਿਹਾ ਹੈ। ਚੰਗਾ ਤੁਹਾਡੇ ਲਈ। ਪਰ ਗੁਰੂ ਸਾਹਿਬ ਨੇ ਉਸ ਨਿੰਦਕ ਨੂੰ ਮਾਰਾ ਨਹੀਂ ਕਿਹਾ। ਗੁਰਬਾਣੀ ਪੜ੍ਹ ਕੇ ਵੇਖੋ, ਭਗਤ ਕਬੀਰ ਜੀ ਦੇ ਵਚਨ ਪੜ੍ਹੋ। ਉਹ ਕਹਿੰਦੇ ਨਿੰਦਕੋ ਮੈਨੂੰ ਨਿੰਦੋ, ਨਿੰਦਾ ਜਨ ਤੋਂ ਖਰੀ ਪਿਆਰੀ। ਕਹਿੰਦੇ ਮੈਨੂੰ ਤੇ ਬੜੀ ਚੰਗੀ ਲੱਗਦੀ ਹੈ, ਮੈਨੂੰ ਤੇ ਬਹੁਤ ਪਿਆਰੀ ਹੈ। ਧੋਬੀ ਰੱਖੋਗੇ, ਕੱਪੜੇ ਧੋਣ ਦੇ ਪੈਸੇ ਲਓ, ਪ੍ਰੈਸ ਕਰਨ ਦੇ ਪੈਸੇ ਲਓ। ਇੱਕ ਨਿੰਦਕ ਵਿਚਾਰਾ ਰੋਟੀ ਆਪਣੇ ਘਰੋਂ ਖਾਂਦਾ ਹੈ, ਕਮਾਈ ਆਪਣੀ ਕਰਦਾ ਹੈ, ਮੁਫਤ ਵਿੱਚ ਆ ਕੇ ਤੁਹਾਡੇ ਕੱਪੜੇ ਧੋ ਜਾਂਦਾ। ਉਹ ਤੋਂ ਵੱਧ ਪਿਆਰਾ ਕੌਣ? ਆਖੋ ਸਤਿਨਾਮ। ਕਹਿੰਦੇ ਮੈਨੂੰ ਤੇ ਚੰਗੇ ਲੱਗਦੇ ਆ। ਨਿੰਦਾ ਜਨ ਤੋਂ ਖਰੀ ਪਿਆਰੀ। ਅੱਗੇ ਲਿਖਦੇ ਨੇ ਨਿੰਦਾ ਬਾਪ ਨਿੰਦਾ ਮਹਿੰਦਾਰੀ। ਕਹਿੰਦੇ ਨਿੰਦਕ ਮੇਰੇ ਪਿਤਾ ਮਾਤਾ ਵਰਗੇ ਨੇ। ਜਿਵੇਂ ਮਾਪੇ ਫਿਕਰ ਕਰਦੇ ਬੱਚਿਆਂ ਨੂੰ ਝਿੜਕਦੇ, ਕਹਿੰਦੇ ਨਿੰਦਕ ਮੁਫਤ ਚ ਹੀ ਕਰੀ ਜਾਂਦਾ ਸਾਰਾ ਕੁਝ। ਗੁਰੂ ਸਾਹਿਬ ਥੋੜਾ ਜਿਹਾ ਮੁਸਕਰਾਏ। ਭੈਣ ਜੀ ਜਿਸ ਨਿੰਦਕ ਨੇ, ਜਿਸ ਚੁਗਲਖੋਰ ਨੇ ਇਹ ਕਾਰਜ ਕੀਤਾ, ਉਹਨੂੰ ਪ੍ਰਣਾਮ ਕਰਦੇ ਆ। ਹੈ ਆਗੇ ਹਮੈ ਸੰਦੇਹੋ, ਸਭ ਲੇਖਾ ਅਬ ਕਰ ਲੇਹੋ। ਵੇਖੋ ਜੀ ਤੇ ਭੈਣ ਨਾਨਕੀ ਨੇ ਕੋਈ ਮੋਦੀ ਖਾਨੇ ਦੀ ਗੱਲ ਹੀ ਨਹੀਂ ਕੀਤੀ। ਸਤਿਗੁਰਾਂ ਦੇ ਜੀਜਾ ਜੀ ਅਜੇ ਸਾਹਮਣੇ ਨਹੀਂ ਆਏ। ਗੁਰੂ ਸਾਹਿਬ ਕਹਿੰਦੇ ਭੈਣ ਜੀ ਅਸੀਂ ਸੋਚਦੇ ਆ ਬੜੇ ਲੰਮੇ ਸਮੇਂ ਤੋਂ ਵੀ 3 ਮਹੀਨਿਆਂ ਦਾ ਵਕਤ ਬਤੀਤ ਹੋ ਗਿਆ, ਲੇਖਾ ਜੋਖਾ ਕਿਉਂ ਨਹੀਂ ਹੋਇਆ? ਆਖੋ ਸਤਿਨਾਮ। ਚੁਗਲਖੋਰ ਨੇ ਕੀ ਕਿਹਾ ਸੀ ਵੀ ਹਿਸਾਬ ਕਿਤਾਬ 3 ਮਹੀਨੇ ਦਾ ਨਹੀਂ ਹੋਇਆ, ਜਿੱਦਣ ਹੋਣਾ ਭਾਂਡੇ ਮਿਲ ਜਾਣੇ। ਨਵਾਬ ਦੌਲਤ ਖਾਨ ਨੇ ਤੁਹਾਡਾ ਘਰ ਜ਼ਬਤ ਕਰ ਲੈਣਾ ਤੇ ਰਿਸ਼ਤੇਦਾਰ ਤੁਹਾਡਾ ਭੱਜ ਜਾਏਗਾ ਛੱਡ ਕੇ ਮੋਦੀ ਖਾਨਾ। ਇਹ ਵੀ ਉਹ ਮੁਸਲਮਾਨ ਹੈ, ਜੇ ਉਹ ਤੁਹਾਡੇ ਨਾਲ ਪਿਆਰ ਕਰਦਾ ਨਾ ਤੇ ਜ਼ਲੀਲ ਕਰਨ ਵਿੱਚ ਕਸਰ ਨਹੀਂ ਛੱਡੇਗਾ। ਜੈ ਰਾਮ ਜੀ ਤੁਹਾਡੇ ਰੁਤਬੇ, ਤੁਹਾਡਾ ਖਾਨਦਾਨ, ਤੁਹਾਡੇ ਰਿਸ਼ਤੇਦਾਰ ਦੀ ਬਦੌਲਤ ਮਲੀਆ ਮੀਟ ਹੋਏਗਾ। ਇਹ ਗੱਲਾਂ ਬੇਚੈਨ ਕਰਦੀਆਂ ਸੀ ਤੇ ਗੁਰੂ ਸਾਹਿਬ ਨੇ ਕਹਿ ਦਿੱਤਾ, ਕਹਿੰਦੇ 3 ਮਹੀਨੇ ਦਾ ਸਮਾਂ ਹੋ ਗਿਆ, ਹਿਸਾਬ ਕਿਤਾਬ ਲੇਖਾ ਜੋਖਾ ਅਸੀਂ ਅਜੇ ਤੱਕ ਕੀਤਾ ਨਹੀਂ। ਬਹੁਤ ਦੇਰ ਭਈ ਬਿਨ ਲਿਖੇ, ਧਨ ਨਿਕਸੈ ਕਿਤਨੇ ਸੇਖੇ। ਦੇਖਣਾ ਚਾਹੁੰਦੇ ਆ ਭੈਣ ਜੀ ਇਸ ਲੇਖੇ ਜੋਖੇ ਵਿੱਚ ਕਿੰਨਾ ਬਕਾਇਆ ਨਿਕਲ ਰਿਹਾ ਸਾਡੇ ਵੱਲ।
ਕਿੰਨਾ ਵਾਧਾ ਨਿਕਲੂਗਾ। ਬੇਚੈਨ ਹਾਂ ਅਸੀਂ ਹਿਸਾਬ ਕਰਨ ਵਾਸਤੇ। ਅੱਗੇ ਹਰ ਮਹੀਨੇ ਹਰ ਮੰਥਲੀ ਹਿਸਾਬ ਕਿਤਾਬ ਹੁੰਦਾ ਸੀ, ਮੁਨੀਮ ਬਹਿੰਦੇ ਸੀ, ਨਵੀਂ ਸਿੰਧ ਬਹਿੰਦੇ ਸੀ, ਮੁਨਸ਼ੀ ਬਹਿੰਦੇ ਸੀ। ਪਰ 3-3.25 ਮਹੀਨੇ ਹੋ ਗਏ ਹਿਸਾਬ ਕਿਤਾਬ ਨਹੀਂ ਸੀ ਹੋਇਆ। ਤੇ ਚੁਗਲਖੋਰ ਨੇ ਪੜਤੀ ਪਾਤੀ ਜੈਰਾਮ ਨੂੰ ਵੀ ਨਵਾਬ ਦੌਲਤ ਖਾਂ ਪਰਖਣਾ ਚਾਹੁੰਦਾ ਹੈ, ਇਸ ਮੋਦੀ ਨੂੰ ਆਪਣੇ ਜਾਲ 'ਚ ਫਸਾਉਣਾ ਚਾਹੁੰਦਾ ਹੈ। ਉਹਨੇ ਇਸੇ ਕਰਕੇ 3 ਮਹੀਨਿਆਂ 'ਚੋਂ ਹਿਸਾਬ ਨਹੀਂ ਕੀਤਾ। ਕਹਿੰਦੀ ਉਹ ਗੱਲ ਡਰਾਉਣ ਲੱਗ ਗਈ ਵੀ ਇਹਨੇ ਤੇ ਹਿਸਾਬ ਰੱਖਿਆ ਹੀ ਕੋਈ ਨਹੀਂ। ਪੈਸੇ ਵੰਡੀ ਜਾਂਦੇ ਆ, ਲੰਗਰ ਪਾਣੀ ਜੋ ਆਉਂਦਾ ਰਸਤਾ ਵੰਡੀ ਜਾਂਦੇ ਆ, ਤੇਰਾ ਖੋਲਿਆ, ਸਭ ਕੁਛ ਆਪਣਾ ਰੱਖਿਆ ਹੀ ਕੁਛ ਨਹੀਂ। ਤੇ ਹਿਸਾਬ ਹੋਏਗਾ ਤੇ ਬਰਬਾਦੀ ਹੋ ਜੂਗੀ। ਕਿਤੇ ਨਾ ਕਿਤੇ ਡਰ ਸੀ, ਕਿਤੇ ਨਾ ਕਿਤੇ ਖੌਫ ਸੀ ਭਾਈਆ ਜੈਰਾਮ ਦੇ ਮਨ ਵਿੱਚ। ਪਰ ਗਰੀਬ ਨਵਾਜ ਸਤਿਗੁਰ ਕਹਿੰਦੇ ਅਸੀਂ ਨਹੀਂ ਚਾਹੁੰਦੇ ਸਾਡੀ ਵਜ੍ਹਾ ਕਰਕੇ ਤੁਹਾਨੂੰ ਕੋਈ ਪਰੇਸ਼ਾਨੀ ਹੋਵੇ। ਮਿਟ ਜੈ ਹੈ ਮਨ ਸੰਦੇਹਾ, ਇਉ ਪੂਰਵ ਹੀ ਮੁਝ ਪ੍ਰੀਹਾ। ਭੈਣ ਜੀ ਸਾਡੇ ਮਨ ਦੀ ਇੱਛਾ ਏ ਵੀ ਜੇ ਹਿਸਾਬ ਕਿਤਾਬ ਹੋ ਜੇ ਤੇ ਸਾਡੇ ਮਨ ਦਾ ਬੋਝ ਵੀ ਤੇ ਹਲਕਾ ਹੋ ਜੇ। ਅੱਜ ਤੱਕ ਬੋਝ ਨਹੀਂ ਰੱਖਿਆ ਕੋਈ, ਨਾ ਹੋਣਾ। ਇਹ ਜੋਜ ਨੇ ਉਸ ਪ੍ਰੀਤਮ ਨੇ ਬੜੇ ਪਿਆਰ ਵਿੱਚ ਭਿੱਜ ਕੇ ਸਤਿਗੁਰ ਸੱਚੇ ਪਾਤਸ਼ਾਹ ਨੇ ਜਦੋਂ ਇਹ ਬਚਨ ਕਹਿ ਦਿੱਤੇ ਨਾ, ਭੈਣ ਨਾਨਕੀ ਜੀ ਹੱਥ ਜੋੜ ਕੇ ਕਹਿੰਦੇ ਪਾਤਸ਼ਾਹ ਨਹੀਂ, ਕੋਈ ਹਿਸਾਬ ਕਿਤਾਬ ਨਹੀਂ ਕਰਨਾ, ਐਸੇ ਬਚਨ ਨਾ ਆਖੋ। ਸੁਣ ਭਗਤੀ ਸੁਣ ਭਗਨੀ ਦੀਨ ਦਲੀਸ਼ਾ, ਨਹਿ ਕੋ ਭਰਾਤ ਆਦੇਸ਼ਾ। ਭੈਣ ਨਾਨਕੀ ਆਖਣ ਲੱਗੇ ਭਰਾ ਜੀ ਸਾਨੂੰ ਕੋਈ ਸ਼ੰਕਾ ਨਹੀਂ ਤੁਹਾਡੇ ਤੇ। ਅਸੀਂ ਕਦ ਕਿਹਾ ਤੁਸੀਂ ਲੇਖਾ ਕਰੋ, ਅਸੀਂ ਕਦੋਂ ਕਿਹਾ ਤੁਸੀਂ ਹਿਸਾਬ ਕਰੋ। ਇਹ ਨਾ ਸੋਚੋ ਅਸੀਂ ਤੁਹਾਨੂੰ ਹਿਸਾਬ ਕਿਤਾਬ ਵਾਸਤੇ ਬੁਲਾਇਆ, ਦਰਸ਼ਨ ਕਰਨੇ ਚਾਹੁੰਦੇ ਸੀ। ਮਨ ਉਪਰਾਮ ਜਿਹਾ ਹੋ ਗਿਆ ਸੀ ਕਿਉਂਕਿ ਜਦੋਂ ਨਿੰਦਕਾਂ ਦੀਆਂ ਗੱਲਾਂ ਸੁਣੀਆਂ ਉਹ ਘਰੇ ਆਈਆਂ, ਪਰੇਸ਼ਾਨੀ ਹੋ ਗਈ ਮਨ 'ਚ। ਸੋਚਿਆ ਆਪਣੇ ਵੀਰ ਨੂੰ ਕੋਲੇ ਬਿਠਾ ਲਾ, 2 ਵਚਨ ਉਹਨਾਂ ਦੇ ਸੁਣ ਲਾ, ਮਨ ਨੂੰ ਤਸੱਲੀ ਹੋ ਜੇ, ਦਿਲਾਸਾ ਹੋ ਜੇ। ਭੈਣ ਜੀ ਆਖਣ ਲੱਗੇ ਸੱਚੇ ਪਾਤਸ਼ਾਹ ਏਦਾਂ ਦੇ ਵਚਨ ਕਹਿ ਕੇ ਸ਼ਰਮਿੰਦਾ ਨਾ ਕਰੋ। ਸਭ ਲਿਖਾ ਲੀਨਾ ਦੀਨਾ, ਨਿਤ ਚੱਲਿਓ ਜਾਤ ਘਟ ਹੈ ਨਾ। ਮਰਦ ਕਹਿੰਦੇ ਭੈਣ ਜੀ ਇਹ ਕੋਈ ਗੱਲ ਨਹੀਂ, ਹਿਸਾਬ ਕਿਤਾਬ ਕਰਨ ਵਾਸਤੇ ਬਣੇ ਹੈ, ਨਾਲੇ ਤੁਹਾਡੇ ਨਾਲ ਨਹੀਂ ਹੈ। ਇਹ ਤਾਂ ਹੋਵੇ ਵੀ ਅਸੀਂ ਤੁਹਾਡੇ ਨਾਲ ਪੈ ਕੇ ਆਖਦੇ ਆ ਤੁਸੀਂ ਹਿਸਾਬ ਕਿਤਾਬ ਮੰਗ ਕਿਵੇਂ ਲਿਆ। ਅੱਜ ਕਿਸੇ ਰਿਸ਼ਤੇਦਾਰ 'ਚ ਭੈਣ ਭਰਾ ਨੂੰ ਦੇ ਕੇ ਪੈਸੇ ਮੰਗ ਲਿਓ, ਦੁਸ਼ਮਣ ਬਣ ਜੂ, ਹਿਸਾਬ ਮੰਗਣ ਵਾਲਾ ਤੂੰ ਕੌਣ ਹੈ। ਪਰ ਇੱਥੇ ਮਰਦ ਕਹਿੰਦੇ ਇਹ ਹਿਸਾਬ ਕਿਤਾਬ ਉਸ ਦੁਕਾਨ ਦੇ ਨਾਲ ਹੈ, ਉਸ ਰਾਜੇ ਦੇ ਨਾਲ ਹੈ ਜਿਹਦਾ ਮੋਦੀ ਖਾਂਦਾ ਹੈ। ਇਹ ਅੱਜ ਵੀ ਕਰਨਾ ਹੈ, ਕਰਨਾ ਕੱਲ ਵੀ ਹੈ। ਭੈਣ ਜੀ ਜਦੋਂ ਤੱਕ ਇਹ ਲੇਖਾ ਜੋਖਾ ਨਹੀਂ ਹੁੰਦਾ ਉਦੋਂ ਤੱਕ ਸੰਤੁਸ਼ਟੀ ਸਾਨੂੰ ਵੀ ਨਹੀਂ ਆਉਂਦੀ। ਹੋ ਸਕਦਾ ਅਸੀਂ ਦੇਣਦਾਰ ਹੋਈਏ ਜਾਂ ਉਹ ਸਾਡਾ ਹੋਵੇ। ਇਹ ਦੁਕਾਨਦਾਰੀ ਹੈ, ਇਹ ਕਿਰਤ ਹੈ ਸਾਡੀ, ਇਸ ਕਿਰਤ ਦੇ ਵਿੱਚ ਲੇਖਾ ਜ਼ਰੂਰ ਹੋਵੇ। ਓ ਭਗਨੀ ਸਤ ਅਲਾਈ, ਧਰ ਲੇਖਾ ਲਾਜ ਨਰਾਈ। ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਸੁਣ ਕੇ ਬੜੇ ਡੂੰਘੇ ਬੋਲ ਸੀ ਉਹ ਭੈਣ ਜੀ ਸਾਹਮਣੇ ਹੱਥ ਜੋੜ ਕੇ ਕਹਿੰਦੇ ਨਿਰੰਕਾਰ ਪਾਤਸ਼ਾਹ ਜੇ ਆਪ ਜੀ ਦੀ ਭਾਵਨਾ ਲੇਖਾ ਜੋਖਾ ਕਰਨ ਦੀ ਹੈ, ਲੇਖਾ ਕਹਿੰਦੇ ਹਿਸਾਬ ਨੂੰ, ਜੇ ਸੱਚਮੁੱਚ ਕਰਨਾ ਚਾਹੁੰਦੇ ਹੋ ਫਿਰ ਇਹ ਆਪ ਜੀ ਦੀ ਰਜ਼ਾ ਅਸੀਂ ਤੁਹਾਡੀ ਆਗਿਆ ਜਾਂ ਜਦੋਂ ਤੁਹਾਡਾ ਚਿੱਤ ਕਰੇ ਤੁਸੀਂ ਹਿਸਾਬ ਕਿਤਾਬ ਕਰ ਲਿਓ। ਭੈਣ ਜੀ ਨੇ ਇਹ ਕਹਿ ਦਿੱਤਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿਉਂ ਗਿਆ ਜੀ। ਉਹ ਜਾਣਦੇ ਆ ਮੇਰੇ ਵੀਰ ਨੂੰ ਕਦੇ ਘਾਟਾ ਨਹੀਂ ਪੈਂਦਾ। ਆਖੋ ਸਤਿਨਾਮ। ਪੋਜ਼ਿਟਿਵ ਨੇ ਉਹ, ਰਿਸ਼ਤੇਦਾਰਾਂ ਵਾਂਗੂ ਨਹੀਂ ਨੈਗੇਟਿਵ ਵੀ ਯਾਰ ਕਰ ਛੇਤੀ ਪਤਾ ਲੱਗੇ ਤੇਰੇ ਕਣੀ ਘਾਟਾ ਵਾਧਾ ਨਿਕਲੇ, ਕਿਤੇ ਤੂੰ ਤਾਂ ਨਹੀਂ ਸਾਡਾ ਦੇਖਦਾ। ਉਹਨਾਂ ਬੜੇ ਪੋਜ਼ਿਟਿਵ ਤਰੀਕੇ ਨਾਲ ਆਖਿਆ ਭਰਾਓ ਜੇ ਤੁਸੀਂ ਸੱਚਮੁੱਚ ਚਾਹੁੰਦੇ ਹੋ ਨਾ ਕਰੋ ਕਿਰਪਾ, ਮੇਰੇ ਵੀ ਮਨ ਦਾ ਭਰਮ ਨਿਕਲ ਜਾਏਗਾ। ਭਰਮ ਤੇ ਉਹਨਾਂ ਦੇ ਅੰਦਰ ਕੋਈ ਨਹੀਂ। ਇਹ ਉਹ ਭੈਣ ਹੈ ਜਦੋਂ ਕਹਿੰਦੇ ਸੀ ਲੋਕ ਤੇਰਾ ਵੀਰ ਡੁੱਬ ਗਿਆ, ਕਹਿੰਦੀ ਡੁੱਬਿਆ ਨਹੀਂ, ਡੁੱਬਿਆ ਨੂੰ ਤਾਰ ਲੱਗਿਆ। ਉਹ ਕਿੱਦਾਂ ਭਰਮ ਰੱਖ ਸਕਦੀ ਮਨ 'ਚ। ਇੱਕ ਸੁਭਾਵਿਕ ਬੋਲ ਆ ਉਹਨਾਂ ਦਾ, ਵੀਰ ਜੀ ਸਾਡਾ ਭਰਮ ਨਿਵਿਰਤ ਹੋ ਜਾਏਗਾ, ਲੋਕਾਂ ਦੀਆਂ ਕਈਆਂ ਗੱਲਾਂ ਦਾ ਅਸਰ ਮਲਿਆ ਮੇਟ ਹੋਏਗਾ। ਨਹਿ ਕਰੀਏ ਅਬ ਕਿਛ ਦੇਰ, ਸਭ ਲਿਖਾ ਲਿਹੋ ਨਬੀਰਾ। ਮਰਦ ਕਹਿੰਦੇ ਫੇਰ ਭੈਣ ਜੀ ਦੇਰ ਕਾਹਦੀ, ਜਿਹੜਾ ਕਾਰਜ ਕਰਨਾ ਹੈ ਕਰਨਾ ਹੀ ਪੈਣਾ ਹੈ ਤੇ ਕਰਨਾ ਵੀ ਆਪਾਂ ਹੈ, ਤੇ ਫਿਰ ਛੇਤੀ ਕੀ ਹੁਣੇ ਹੋ ਜਾਣਾ ਚਾਹੀਦਾ। ਅਸੀਂ ਚਾਹੁੰਦੇ ਹਾਂ ਅੱਜ ਕੱਲ ਵਿੱਚ ਸਾਡਾ ਲੇਖਾ ਜੋਖਾ ਕੀਤਾ ਜਾਏ।
3 ਤੋਂ ਉੱਪਰ ਮਹੀਨਿਆਂ ਦਾ ਸਮਾਂ ਹੋ ਗਿਆ, ਲੰਮਾ ਸਮਾਂ ਵਧਾਇਆ ਜਾਵੇ ਨਾ। ਮਨ ਸੰਸੈ ਜਾਹੇ ਨਿਵਾਰ, ਹੈਵ ਦੂਤਨ ਕਾ ਮੁਖ ਕਾਰ। ਭੈਣ ਜੀ ਇਹ ਸ਼ੰਕਾ ਨਿਵਰਤ ਹੋ ਜਾਊਗਾ, ਨਾਲੇ ਨਿੰਦਕਾਂ ਦਾ ਮੂੰਹ ਕਾਲਾ ਹੋ ਜਾਊਗਾ। ਆਖੋ ਸਤਿਨਾਮ। ਬਾਣੀ ਕੀ ਲਿਖਦੀ ਹੈ? ਨਿੰਦਕ ਦਾ ਮੂੰਹ ਕਾਲਾ ਇਹ ਹੋਊਗਾ। ਰੱਬ ਦੀ ਦਰਗਾਹ ਦੇ ਵਿੱਚ ਵੀ ਨਿੰਦਕਾਂ ਦਾ ਕਾਲਾ ਏ, ਉਹਦੇ ਦਰਬਾਰ ਦੇ ਵਿੱਚ ਵੀ ਮੂੰਹ ਕਾਲਾ ਹੋਣਾ ਇੱਥੇ ਵੀ ਹੈ। ਇਹ ਗੱਲ ਦੱਸੋ ਜੀ, ਨਿੰਦਕ ਬੰਦੇ ਨੂੰ ਕੋਈ ਦੋਸਤ ਬਣਾਉਣਾ ਹੈ? ਮਿੱਤਰ ਵੀ ਕਹਿੰਦੇ ਆ, ਵੇਖੀ ਓਏ ਉਹਦੇ ਕੋਲ ਨਾ ਗੱਲ ਕਰਦੀ, ਉਹਦੇ ਕੋਲ ਗੱਲ ਕਰੇਗਾ ਸਾਰੇ ਮਹੱਲੇ 'ਚ ਭੰਡ ਦੂਗਾ। ਆਖੋ ਸਤਿਨਾਮ। ਕਿੰਨੀ ਇੱਜ਼ਤ ਹੈ ਜੀ, ਫਿਰ ਕਿੰਨਾ ਮਾਣ ਸਨਮਾਨ ਮਿਲਦਾ ਹੈ। ਤੇ ਜਿਹਦਾ ਇੱਥੇ ਮਾਣ ਸਨਮਾਨ, ਸਾਨੂੰ ਲੱਗਦਾ ਵੀ ਇੱਜ਼ਤ ਆ, ਸਾਡੀ ਇੱਜ਼ਤ ਨਹੀਂ ਹੈ ਇਹ। ਜਿਸ ਬੰਦੇ ਦੀ ਲੋਕ ਪਿੱਠ ਪਿੱਛੇ ਗੱਲਾਂ ਤੇ ਬੁਰਾਈਆਂ ਕਰਨ, ਉਹਨੂੰ ਵੀ ਇਹ ਸੋਚਣਾ ਚਾਹੀਦਾ ਹੈ ਵੀ ਇਹ ਮੂੰਹ ਤੇ ਮਿੱਠੇ ਆ, ਪਿੱਠ ਪਿੱਛੋਂ ਜੜਾਂ ਹੀ ਪੱਟਦੇ ਆ। ਸੋਚ ਲੈ ਵੀ ਇਹੋ ਜਿਹੇ ਜ਼ਮਾਨੇ ਨਾਲ ਦਿਲ ਨਹੀਂ ਮਿਲਾਉਣਾ ਚਾਹੀਦਾ। ਉੱਤੋਂ ਤੋਂ ਰੱਖੋ ਜੀ ਆਇਆ ਜੀ, ਦੁਨੀਆ ਰੱਖਦੀ ਹੈ। ਗੁਰੂ ਸਾਹਿਬ ਕਹਿੰਦੇ ਭੈਣ ਜੀ ਫਿਰ ਨਿੰਦਕਾਂ ਦਾ ਮੂੰਹ ਕਾਲਾ ਕਰਨ ਦਾ ਸਮਾਂ ਆ ਗਿਆ, ਅਸੀਂ ਨਹੀਂ ਕਰਨਾ, ਉਹਨਾਂ ਦੇ ਕਰਮ ਮੂੰਹ ਕਾਲਾ ਕਰਨਗੇ। ਹੁਣ ਭਗਨੀ ਬੈਨ ਉਚਾਰਾ, ਜਿਉ ਪਜਿਉ ਦੇ ਵਿਚਾਰ। ਗੁਰੂ ਨਾਨਕ ਸਾਹਿਬ ਜੀ ਆਖਣ ਲੱਗੇ, ਭਾਈ ਬਾਲਾ ਜੀ ਫਿਰ ਏਦਾਂ ਕਰੋ, ਮੋਦੀ ਖਾਨੇ ਤੋਂ ਜੋ ਲੈਗਜ਼ਰਾਂ ਨੇ ਨਾ ਵਹੀ ਖਾਤੇ ਉਹ ਚੁੱਕ ਲਿਆਓ। ਕੋਈ ਐਡੀਟਿੰਗ ਨਹੀਂ ਕੀਤੀ ਉਹਨਾਂ ਨੇ, ਸਹਿਜ ਸੁਭਾਅ ਜੋ ਪਿਆ। ਭਾਈ ਬਾਲਾ ਜੀ ਕਹਿੰਦੇ ਮੈਂ ਗਿਆ ਵਹੀਆਂ ਚੁੱਕ ਲਿਆ। ਉਹ ਹੁਣ ਹਰ ਮਹੀਨੇ ਦੀ ਅਲੱਗ-ਅਲੱਗ ਵਹੀ ਹੈ, ਵੱਡੀ ਡਾਇਰੀ ਹੈ, ਜਿਹਦੇ ਵਿੱਚ ਲਿਖਿਆ ਬਕਾਇਆ ਕਿੰਨਾ ਹੈ, ਬਚਤ ਕਿੰਨੀ ਆ, ਆਇਆ ਕਿੰਨਾ, ਗਿਆ ਕਿੰਨਾ, ਆਈ ਚਲਾਈ ਕੀ ਹੈ, ਕਿਹੜੇ ਮਹੀਨੇ 'ਚ ਕੀ ਹੋਇਆ, ਹਿਸਾਬ ਕਿਤਾਬ ਜਿਵੇਂ ਸੀਏ ਕਰਦਾ। ਕਹਿੰਦੇ ਜੀ ਉਹ ਚੁੱਕ ਕੇ ਲਿਆਂਦੇ, ਅਲਗੇ ਤੇ ਰੱਖ। ਹੱਸ ਕੇ ਮਾਰਦੇ ਕਹਿੰਦੇ ਬਾਲਿਆ ਬਸ ਆਹੀ ਸਿਰ ਤੇ ਭਾਰ ਰਹਿੰਦਾ, ਹੁਣ ਇਹ ਵੀ ਲਾ ਦਈਏ। ਆਖੋ ਸਤਿਨਾਮ। ਉਹ ਫਕੀਰਾਂ ਦਾ ਜੀਵਨ ਕੀ ਹੁੰਦਾ? ਉਹ ਕਹਿੰਦੇ ਦੁਨੀਆ ਦਾ ਭਾਰ ਤੇ ਅਸੀਂ ਲਾਤਾ, ਮੋਢਿਆਂ ਤੇ ਲਈ ਹੋਈ ਲੋਈ ਦਾ ਭਾਰ ਲੈ ਇਹ ਵੀ ਲਾਈ, ਇਹ ਵੀ ਨਹੀਂ ਰੱਖਣਾ। ਉਹ ਕਿਸੇ ਦੀ ਦੇਣਦਾਰੀ ਨਹੀਂ ਰੱਖਦੇ, ਨਾ ਕਿਸੇ ਤੋਂ ਕੁਝ ਲੈਣ ਤੇ ਨਾ ਕਿਸੇ ਨੂੰ ਕੁਝ ਦੇਣ, ਆਪਣੇ ਆਨੰਦ 'ਚ ਰਹਿੰਦੇ ਨੇ। ਉਹ ਕਹਿੰਦੇ ਅਸੀਂ ਦੁਨੀਆ ਤੋਂ ਲੈਣਾ ਕੀ ਹੈ, ਜੇ ਲੈਣਾ ਕੁਝ ਨਹੀਂ ਤੇ ਫਿਰ ਦੇਣਾ ਵੀ ਕੀ ਆ। ਆਖੋ ਸਤਿਨਾਮ। ਉਹ ਫਕਰ ਹੁੰਦਾ ਜਿਹਨੂੰ ਫਿਕਰ ਨਹੀਂ ਕੋਈ। ਮਰਦ ਕਹਿੰਦੇ ਆ ਕਾਗਜ਼ ਕਾਲਿਆਂ ਦਾ ਲੇਖਾ ਹੋਣਾ। ਭਾਈ ਬਾਲਾ ਜੀ ਨੇ ਲਿਆ ਕੇ ਕੋਲੇ ਰੱਖ ਦਿੱਤੇ। ਜੈ ਰਾਮ ਜੀ ਨੂੰ ਚਿੰਤਾ ਪੈ ਗਈ, ਵੀ ਲੱਗਦਾ ਗੁਰੂ ਸਾਹਿਬ ਗੁੱਸਾ ਕਰ ਗਏ। ਰਿਸ਼ਤੇਦਾਰੀ ਦਾ ਮਸਲਾ, ਕਿਉਂਕਿ ਮਰਦ ਇਹਨਾਂ ਚੀਜ਼ਾਂ 'ਚ ਨਹੀਂ ਪੈਂਦੇ। ਗੁੱਸਾ ਕੀ ਹੈ, ਗਲਾ ਕੀ ਹੈ, ਨਾਰਾਜ਼ਗੀ ਕੀ ਹੈ, ਇਹਨਾਂ ਚੀਜ਼ਾਂ ਤੋਂ ਉੱਚੇ ਨੇ। ਭੈਣ ਜੀ ਸਮਝਦੇ ਨੇ, ਜਾਣਦੇ ਨੇ ਵੀ ਇਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਸੁਭਾਵਿਕ ਕੀਤੀਆਂ ਨੇ ਤੇ ਜਾਇਜ਼ ਕੀਤੀਆਂ ਨੇ। ਮਨ ਜਨਹੁ ਕਰੀਏ ਸੋਈ, ਜਿਉ ਦੇ ਹਰਕਤ ਵੇ ਹੋਈ। ਭੈਣ ਜੀ ਹੱਸ ਕੇ ਪੁੱਛਣ ਲੱਗੇ, ਵੀਰ ਜੀ ਇਹ ਲੇਖਾ ਜੋਖਾ ਤੁਸੀਂ ਖੁਸ਼ੀ ਨਾ ਕਰਦੇ ਹੋ, ਗੁੱਸੇ ਜਾ ਕੇ ਤਾਂ ਨਹੀਂ ਲੈਂਦੇ ਵੀ ਰਿਸ਼ਤੇਦਾਰਾਂ ਨੇ ਇਦਾਂ ਕਿਵੇਂ ਕਹਿਤਾ ਮੈਂ ਤੇ ਹਿਸਾਬ ਕਿਤਾਬ ਕਰੂੰ। ਹੋ ਜਾਂਦਾ ਹੈ ਕੋਈ ਰਿਸ਼ਤੇਦਾਰ ਆਖੇ ਫਲਾਣੇ ਤੋਂ 50,000 ਲੈਣਾ, 2 ਲੱਖ ਲੈਣਾ, ਗੁੱਸਾ ਚੜ ਜਾਂਦਾ, ਯਾਰ ਮੈਂ ਦੇ ਦਿੱਤੇ ਕਿਉਂ ਨਹੀਂ ਜਾਂਦੇ ਬਾਹਰ, ਕਰੋ ਹਿਸਾਬ ਕਿਤਾਬ, ਬੈਠੋ ਕਿਹੜਾ ਕਿਹੜਾ ਵਿੱਚ ਸੀ। ਹੋ ਜਾਂਦਾ। ਹੱਸ ਕੇ ਭੈਣ ਜੀ ਪੁੱਛਦੇ ਆ, ਵੀਰ ਜੀ ਇਹ ਲੇਖਾ ਖੁਸ਼ੀ ਨਾ ਕਰ ਰਹੇ ਹੋ? ਮੁਸਕਰਾ ਕੇ ਸੱਚੇ ਪਾਤਸ਼ਾਹ ਕਹਿੰਦੇ ਹਾਂ ਭੈਣ ਜੀ ਬਹੁਤ ਖੁਸ਼ੀ ਨਾਲ। ਇਸ ਲੇਖੇ ਵਿੱਚ, ਇਸ ਹਿਸਾਬ ਦੇ ਵਿੱਚ ਪਤਾ ਨਹੀਂ ਕਿੰਨਿਆਂ ਦਾ ਭਲਾ ਹੋਣਾ ਏ। ਲੈ ਸੰਗ ਚਲੇ ਜੈ ਰਾਮਾ, ਜਹੇ ਦੌਲਤ ਖਾਂ ਕੋ ਧਾਮਾ। ਸਤਿਗੁਰਾਂ ਦੇ ਜੀਜਾ ਜੀ ਸਾਹਮਣੇ ਆਏ, ਹੱਥ ਜੋੜ ਕੇ ਕਹਿੰਦੇ ਗਰੀਬ ਨਵਾਜ ਨਾ ਕਰੋ ਇਦਾਂ, ਰਹਿਣ ਦਿਓ ਹਿਸਾਬ ਕਿਤਾਬ ਨੂੰ। ਮਰਦ ਕਹਿੰਦੇ ਨਹੀਂ ਜੀਜਾ ਜੀ ਚੱਕੋ ਚੱਲੀਏ ਕਿਤਾਬਾਂ। ਭਾਈ ਬਾਲਾ ਜੀ ਕਹਿੰਦੇ ਮੈਨੂੰ ਨਾਲ ਲੈ ਲਿਆ। ਜੀਜਾ ਜੀ ਸਤਿਗੁਰਾਂ ਦੇ ਨਾਲ ਚੱਲ ਪਏ, ਪਰ ਉਹ ਬਚਨ ਨਹੀਂ ਨਾ ਬੋਲ ਸਕਦੇ। ਉਹ ਹਿਸਾਬ ਕਿਤਾਬ ਵਾਲੀਆਂ ਕਾਪੀਆਂ ਕਿਤਾਬਾਂ ਦੀਆਂ ਚੁੱਕ ਲਈਆਂ, ਵਹੀਆਂ ਸਾਰੀਆਂ ਸਿਰ ਤੇ ਰੱਖ ਲਈਆਂ ਭਾਈ ਬਾਲੇ ਨੇ, ਕਿਉਂਕਿ ਉਹ ਸਿਰ ਤੇ ਰੱਖਣੀਆਂ ਪੈਂਦੀਆਂ ਸੀ, ਬਹੁਤ ਵੱਡੀਆਂ ਵੱਡੀਆਂ ਸੀ। ਚੁੱਕ ਕੇ ਚੱਲੇ। ਨਵਾਬ ਦੌਲਤ ਖਾਨ ਦੇ ਘਰ ਜਾ ਵਜੇ, ਦਫ਼ਤਰ ਨਹੀਂ ਗਏ, ਕਿਸੇ ਮਹਿਲ 'ਚ ਨਹੀਂ ਗਏ, ਉਹਦੇ ਘਰ ਪਹੁੰਚ ਕੇ ਜਿੱਥੇ ਉਹ ਰਹਿੰਦਾ ਸੀ। ਜੈ ਰਾਮ ਜੀ ਦਾ ਤੇ ਫਿਰ ਆਉਣਾ ਜਾਣਾ ਉਹਨਾਂ ਨਾਲ ਬੜਾ ਸੀ, ਭਾਈਚਾਰਾ ਸੀ, ਪਰਿਵਾਰਕ ਸਾਂਝ ਸੀ, ਉਹਨਾਂ ਦੇ ਰਿਸ਼ਤੇ ਵੀ ਤੇ ਇਹਨਾਂ ਨੇ ਕਰਵਾਏ ਨੇ। ਹੁਣ ਜਦੋਂ ਗਏ, ਨਵਾਬ ਦੌਲਤ ਖਾਨ ਵੇਖ ਕੇ ਬੜੇ ਖੁਸ਼ ਹੋਏ ਤੇ ਜੈ ਰਾਮ ਜੀ ਨੇ ਆਖਿਆ ਮੋਦੀ ਜੀ ਆਏ ਆ, ਹਿਸਾਬ ਕਿਤਾਬ ਕਰਨਾ ਚਾਹੁੰਦੇ ਆ। ਤੇ ਉਹ ਵੀ ਚਾਹੁੰਦਾ ਸੀ। ਕਿਉਂ ਚਾਹੁੰਦਾ ਸੀ?
क्योंकि चुगलखोर किसी एक पासे नहीं आउंदा, फ्री दा वाईफाई हुंदा। आखो सतनाम। इधर भी आके दस जू ते उधर भी आके पहला कवर करके गया हुंदा। जिस चुगलखोर ने जयराम जी को आके चुगली कीती हो नवाब दौलत खान को पहला करके आया भी भज्जू तुहाडा मोदी। ਇਹਦੇ ਤੋਂ ਹਿਸਾਬ ਕਿਤਾਬ ਦੇ ਨਹੀਂ ਹੋਣਾ ਤੇ ਨਵਾਬ ਦੌਲਤ ਖਾਨ ਵੀ ਗੱਲਾਂ ਚ ਆ ਗਿਆ। ਜੇ ਜੈਰਾਮ ਜੀ ਤੇ ਪੈ ਸਕਦਾ ਪ੍ਰਭਾਵ ਉਹ ਤੇ ਨਹੀਂ ਪਏਗਾ ਫਿਰ ਰਾਜਾ ਮੁਸਲਮਾਨ। ਉਹ ਵੀ ਸੋਚਦਾ ਸੀ, ਕਹਿੰਦਾ ਫਿਰ ਜੇ 1 ਮਹੀਨੇ ਦੇ ਹਿਸਾਬ ਕਲੀਅਰ ਨਿਕਲ ਜਾਂਦੇ ਇਹਨਾਂ ਦੇ 3 ਦਾ ਕਰੋ ਜਵਾਬ ਨਹੀਂ ਆਉਣਾ। ਕਿਤੇ ਨਾ ਕਿਤੇ ਉਹ ਵੀ ਮਾੜੀ ਮੋਟੀ ਰੱਖ ਰਿਹਾ ਸੀ। ਦੇਖੋ ਕੰਨਾਂ ਵਿੱਚ ਘੋਲਿਆ ਹੋਇਆ ਜ਼ਹਿਰ ਵੱਡੇ ਵੱਡੇ ਰਿਸ਼ਤਿਆਂ ਨੂੰ ਨੇਸ ਤੋਂ ਨਬੂਦ ਕਰ ਦਿੰਦਾ ਹੈ। ਨਵਾਬ ਦੌਲਤ ਖਾਨ ਨੇ ਉਸ ਵੇਲੇ ਆਪਣੇ ਮੁਰਸ਼ੀ ਬੁਲਾਏ, ਇੱਕ ਨਹੀਂ ਬੁਲਾਇਆ 3 ਤੋਂ 4 ਬੁਲਾਏ ਤਾਂ ਜੋ ਆਡਿਟ ਕੀਤਾ ਜਾਏ, ਬਾਰ-ਬਾਰ ਦੇਖਿਆ ਜਾਏ, ਰੀਚੈਕ ਹੋਵੇ ਵੀ ਕਿੱਥੇ ਕਿੰਨਾ ਸਮਾਨ ਆਇਆ, ਕਿੰਨਾ ਗਿਆ, ਕਿੰਨੀ ਬਚਤ ਹੋਈ, ਕਿਤੇ ਮੋਦੀ ਨੇ ਪੱਲੇ ਤੋਂ ਤੇ ਨਹੀਂ ਪਾਇਆ ਕੁਛ। ਕਹਿੰਦੇ ਜਦੋਂ ਸਾਰੇ ਆਏ ਉਹਨਾਂ ਨੂੰ ਕਹਿੰਦੇ ਨਵੀ ਸਿੰਘ ਮੁਨਸ਼ੀ ਬੁਲਾਏ ਗਏ, ਬੈਠੇ ਨੇ ਪਲ ਗਿਆ ਤੇ ਕੁਰਸੀਆਂ ਡਾਈਆਂ ਗਈਆਂ, ਜੈਰਾਮ ਜੀ ਕੋਲ ਬੈਠੇ ਤੇ ਧੜ ਕੇ ਭਰੋਸਾ ਵੀ ਆ ਗੁਰੂ ਸਾਹਿਬ ਤੇ ਬੜਾ, ਪਰ ਕਿਤੇ ਨਾ ਕਿਤੇ ਚੁਗਲਖੋਰ ਦੀਆਂ ਗੱਲਾਂ ਦਾ ਵੀ ਤੇ ਡਰ ਹੈ ਹੀ ਹੈ ਨਾ ਵੀ ਜੇ ਘਾਟਾ ਵਾਧਾ ਨਿਕਲ ਗਿਆ ਦੇਖਿਓ ਕਿਤੇ ਕੋਈ ਨੁਕਸਾਨ ਨਾ ਹੋ ਜੇ। ਮਿਲ ਨਵੀ ਸਿੰਧ ਸੋ ਬੈਸੀ ਨਰ ਪ੍ਰਕ੍ਰਿਤ ਹੋਵੇ ਜੈਸੀ। ਜਦੋਂ ਹਿਸਾਬ ਕਿਤਾਬ ਸ਼ੁਰੂ ਹੋਇਆ ਕਹਿੰਦੇ ਚੁਗਲਖੋਰ ਵੀ ਵਿੱਚ ਹੀ ਆ ਗਿਆ। ਚੁੱਪਚਾਪ ਚੁਗਲਖੋਰ ਤੇ ਕਿਹੜਾ ਨੰਬਰ ਪਲੇਟ ਲੱਗੀ ਹੁੰਦੀ ਵੀ ਇਹੀ ਹੈ, ਕੋਈ ਬਾਹਰੋਂ ਥੋੜਾ ਹੁੰਦਾ ਹੈ। ਰਿਸ਼ਤੇਦਾਰੀਆਂ 'ਚ ਭਾਂਜੀ ਮਾਰਨ ਵਾਲੇ ਕੌਣ ਹੁੰਦੇ ਆ ਪਤਾ ਨਾ, ਬਾਹਰੋਂ ਤਾਂ ਨਹੀਂ ਹੁੰਦੇ। ਦੋਸਤੀਆਂ ਮਿੱਤਰਤਾਵਾਂ 'ਚ ਫਰਕ ਪਾਉਣ ਵਾਲੇ ਕੌਣ ਹੁੰਦੇ, ਆਪਣੇ ਹੀ ਹੁੰਦੇ ਆ, ਵਿੱਚ ਹੀ ਹੁੰਦੇ ਨੇ। ਕਹਿੰਦੇ ਉਹ ਹੀ ਬੰਦੇ ਸੀ ਜਿਨ੍ਹਾਂ ਨੇ ਇਹਨਾਂ ਮੁਨਸ਼ੀਆਂ ਨੂੰ ਕਿਹਾ ਹੋਇਆ ਸੀ ਵੀ ਜੇ ਹਿਸਾਬ ਕਿਤਾਬ ਸਹੀ ਵੀ ਨਿਕਲੇ ਤੇ ਸਹੀ ਨਾ ਕਰਿਓ। ਆਖੋ ਸਤਨਾਮ। ਉਲਝਾ ਦਿਓ ਵੀ ਜਿੱਦਣ ਮੋਦੀ ਉਲਝੂਗਾ ਨਾ ਮੋਦੀ ਖਾਨਾ ਤਾਲਾ ਲੱਗ ਜੂ। ਜਿੰਨੀ ਲੋਕ ਸਿਫਤ ਕਰਦੇ ਆ ਵੀ ਦਾਨੀ ਬਹੁਤ ਵੱਡਾ ਹੈ, ਦਾਨਿਸ਼ਮੰਦ ਹੈ, ਕਹਿੰਦੇ ਜੈਰਾਮ ਜੀ ਨੂੰ ਇੰਨਾ ਕੁਝ ਸੁਣਨਾ ਪੈਣਾ ਉਹ ਘਰ ਛੱਡ ਕੇ ਚਲੇ ਜਾਣਗੇ। ਇਹ ਤੇ ਵੈਰ ਵਿਰੋਧ ਲੋਕਾਂ ਦੇ ਪਹਿਲੇ ਦਿਨਾਂ ਤੋਂ ਚੱਲਦੇ ਹੁੰਦੇ ਆ। ਕਹਿੰਦੇ ਉਹ ਮੁਨਸ਼ੀ ਜਿਨ੍ਹਾਂ ਦੇ ਮਨ 'ਚ ਫਰਕ ਸੀ, ਹਿਸਾਬੀ ਕਿਤਾਬੀ ਬੰਦੇ ਦੇ ਦਿਲ 'ਚ ਪਾਪ ਨਹੀਂ ਹੋਣਾ ਚਾਹੀਦਾ, ਜੋ ਜਾਇਜ਼ਾ ਹੋਣਾ ਚਾਹੀਦਾ ਹੈ। ਗੁਰੂ ਸਾਹਿਬ ਬੇਪਰਵਾਹ ਹੋ ਕੇ ਬੈਠੇ ਆ, ਕਹਿੰਦੇ ਉਲਝਾ ਕੇ ਮਰਦ ਨੂੰ ਪੁੱਛਦੇ ਮਹੀਨੇ ਦਾ ਹਿਸਾਬ ਵੀ ਇੰਨਾ ਸਮਾਨ ਦਿੱਤਾ ਸੀ, ਇੰਨਾ ਪੈਸਾ ਆਇਆ ਸੀ, ਕਿੱਥੇ ਖਰਚਿਆ, ਕਿਵੇਂ ਮਰਦ ਕਿਸੇ ਫਾਈਲ ਨੂੰ ਨਹੀਂ ਵੇਖਦੇ, ਬੈਠੇ ਦੱਸਦੇ ਇੰਨਾ ਆਇਆ, ਇੰਨਾ ਦਿੱਤਾ, ਇੰਨਾ ਬਚਿਆ, ਇੱਥੇ ਲਾਇਆ। ਕਹਿੰਦੇ ਕਰੈਕਟ ਠੀਕ ਹੈ। 1.5 ਮਹੀਨੇ ਦਾ ਹਿਸਾਬ ਹੋ ਗਿਆ, ਕੋਈ ਬਚਤ ਨਹੀਂ ਹੈ, ਕੋਈ ਵਾਧਾ ਨਹੀਂ, ਬਿਲਕੁਲ ਬਰਾਬਰ ਦਾ ਕੰਮ ਰਿਹਾ। ਜੋ ਆਮਦ ਖਰਚ ਪਇਓ ਹੈ ਸਭ ਭਾਖ ਲਿਖਾਈ ਦਿਓ ਹੈ। ਗੁਰੂ ਸਾਹਿਬ ਨੂੰ ਪੁੱਛਿਆ, ਕਹਿੰਦੇ ਮੋਦੀ ਜੀ ਤੁਸੀਂ ਦੱਸੋ ਆਮਦਨ ਕਿੰਨੀ ਹੋਈ। ਫਿਰ ਭਾਈ ਬਾਲਾ ਜੀ ਨੂੰ ਪੁੱਛਦੇ ਆ, ਕਿਉਂਕਿ ਦੋਨੋਂ ਪਾਰਟਨਰ ਨੇ, ਹਿੱਸੇਦਾਰ ਨੇ, ਇਕੱਠੇ ਮੋਦੀ ਖਾਨੇ ਤੇ ਕੰਮ ਕਰਦੇ ਆ। ਮਰਦ ਚਾਹੁੰਦੇ ਸੀ ਵੀ ਸਾਡਾ ਜਵਾਬ ਦੇ ਸਿਰਫ ਸਮੇਂ ਦਾ ਰਾਜ ਹੈ, ਕਿਉਂਕਿ ਉਹਦੇ ਅਧੀਨ ਕੰਮ ਕਰ ਰਹੇ ਆ। ਅਜੇ ਤੇ ਖੇਡ ਵਰਤਾ ਕੇ ਦੁਨੀਆ ਦੀ ਵਿਖਾ ਰਹੇ ਨੇ, ਰੱਬ ਕਿਸੇ ਦੇ ਅਧੀਨ ਨਹੀਂ, ਸਾਰੀ ਦੁਨੀਆ ਹੀ ਉਹਨੇ ਸਾਜੀ ਹੋਈ ਹੈ। ਇਹ ਤੇ ਖੇਡਾਂ ਹੋਈਆਂ। ਨਵਾਬ ਦੌਲਤ ਖਾਨ ਸਾਹਮਣੇ ਬੈਠਾ, ਜੈਰਾਮ ਜੀ ਨੂੰ ਥੋੜਾ ਜਿਹਾ ਹੌਸਲਾ ਹੋਇਆ ਜਦ ਵੇਖਿਆ ਵੀ 1.5 ਮਹੀਨੇ ਦੇ ਹਿਸਾਬ ਵਿੱਚ ਨਾ ਤੇ ਕੋਈ ਵਾਧਾ ਨਿਕਲਿਆ ਨਾ ਕੋਈ ਘਾਟਾ ਪਿਆ। ਹੌਸਲਾ ਥੋੜਾ ਚਿਹਰਾ ਉੱਪਰ ਝੁਕਿਆ, ਮਰਦ ਵੱਲ ਵੇਖਦੇ ਆ ਤੇ ਸਤਿਗੁਰ ਤੇ ਨਧੜਕ ਹੋ ਕੇ, ਨਿਡਰ ਹੋ ਕੇ ਬੋਲ ਰਹੇ ਆ। ਤੇ ਜਿਹੜੇ ਮੁਨਸ਼ੀ ਨੇ ਲਿਖੀ ਜਾਂਦੇ ਆ, ਕਹਿੰਦੇ ਲਿਖਦਿਆਂ 3 ਮਹੀਨੇ ਤੋਂ 3.25 ਮਹੀਨੇ ਤੱਕ ਦਾ ਲੇਖਾ ਜੋਖਾ ਕੀਤਾ ਗਿਆ ਏ। ਦੋਹਰ 3 ਮਹੀਨੇ ਅਰਧ ਪੁਨ ਲੇਖ ਕਲੇਖਾ ਕੀਨ। ਜਦੋਂ 3.5 ਮਹੀਨੇ ਦਾ ਲੇਖਾ ਜੋਖਾ ਹੋ ਗਿਆ, ਫੱਡਾਂ ਦੀਆਂ ਬੰਦ ਕਰਦੀਆਂ, ਕਾਗਜ਼ ਲੈ ਕੇ ਦਵਾਤ ਕਲਮ ਨਾਲ ਲਿਖਣ ਲੱਗੇ ਆ, ਚੁੱਪ ਹੋ ਕੇ ਬਹਿ ਗਏ। ਨਵਾਬ ਦੌਲਤ ਖਾਨ ਕਹਿੰਦਾ ਮੁਨਸ਼ੀਓ ਕੀ ਹੋਇਆ, ਲੱਗਦਾ ਮੋਦੀ ਘਾਟੇ 'ਚ ਗਿਆ, ਮੋਦੀ ਖਾਨਾ ਬੰਦ ਹੋਣਾ ਹੈ। ਬੋਲੀ ਨਹੀਂ। ਦੂਜੀ ਵਾਰ ਉਹਨੇ ਫੇਰ ਪਲਟਾ ਕੇ ਪੁੱਛਿਆ ਵੀ ਏਡੀ ਚਲਾਕੀ ਨਾਲ ਐਡਿਟ ਕੀਤਾ ਹੈ, ਗੱਲਾਂ ਬਾਤਾਂ ਵੀ ਕਰੀਆਂ, ਸਭ ਕੁਝ ਕੀਤਾ, ਉਲਝਾ ਕੇ ਵੀ ਪੁੱਛਿਆ, ਚੁੱਪ ਕਿਉਂ ਨੇ, ਖਾਮੋਸ਼ੀ ਕਿਉਂ ਹੈ, ਕਿਤੇ ਕੁਝ ਗੜਬੜ ਤੇ ਨਹੀਂ।
ਜਦੋਂ ਕਹਿੰਦੇ ਮੁਨਸ਼ੀਆਂ ਵੱਲ ਵੇਖਿਆ ਤੇ ਨਵਾਬ ਨੂੰ ਇਹ ਹੋਇਆ ਵੀ ਲੱਗਦਾ ਹੈ ਮੋਦੀ ਖਾਨੇ ਨੂੰ ਤਾਲਾ ਲੱਗੂ, ਵੀ ਅੱਜ ਨਾਨਕ ਜੀ ਜਾ ਨਹੀਂ ਸਕਦੇ ਇੱਥੋਂ ਤੇ ਜੈ ਰਾਮ ਜੀ ਤੇ ਪਰਚਾ ਭਾਰੂ ਪੈ ਜਾਊਗਾ। ਕਿਉਂਕਿ 3.5 ਮਹੀਨੇ ਦਾ ਲੇਖਾ ਜੋਖਾ ਹੋਇਆ, ਅੱਗੇ ਤੇ ਮਹੀਨੇ ਤੋਂ ਮਹੀਨੇ ਹੁੰਦਾ ਸੀ, ਹਰ ਮੰਥਲੀ ਹੋ ਜਾਂਦਾ ਸੀ ਹਿਸਾਬ ਕਿਤਾਬ। ਤੇ ਗੁਰੂ ਸਾਹਿਬ ਨੇ ਨੇਤਰ ਭਰ ਕੇ ਨਵਾਬ ਵੱਲ ਵੇਖਿਆ, ਫੇਰ ਮੁਖ ਨੀਵਾ ਕੀਤਾ ਏ। 135 ਰਜਤ ਪਣ ਵਾਦੇ ਦਾਨੀ ਦੀਨ। ਤੀਜੀ ਵਾਰ ਨਵਾਬ ਨੇ ਆਪਣੇ ਮੁਨਸ਼ੀਆਂ ਨੂੰ ਪੁੱਛਿਆ, ਕਹਿੰਦੇ ਲੱਗਦਾ ਹੈ ਮੋਦੀ ਸਾਡਾ ਘਾਟੇ 'ਚ ਗਿਆ, ਹੁਣ ਤੇ ਮਾਫੀ ਨਹੀਂ ਹੋਣੀ, ਸਜ਼ਾ ਲੱਗੂਗੀ। ਜਾਂ ਤੀਜੀ ਵਾਰ ਪੁੱਛਿਆ ਨਾ, ਹੁਣ ਉਹ ਜਿਹੜੇ ਬੈਠੇ ਸੀ ਬੰਦੇ ਉਹਨਾਂ ਹੇਰ ਫੇਰ ਵੀ ਕਰਨੀ ਚਾਹੀਦੀ ਆਪਣੇ ਵੱਲੋਂ, ਵੀ ਘਾਟਾ ਵਾਧਾ ਕਰਕੇ ਇਹਨਾਂ ਦੇ ਸਿਰ ਤੇ ਪਾ ਦਈਏ। ਮੁੜ ਕੇ ਉੱਠ ਕੇ ਨਾ ਸਭ ਕੁਝ ਛੱਡ ਕੇ ਹੱਥ ਜੋੜ ਕੇ ਕਹਿੰਦਾ, ਨਵਾਬ ਸਾਹਿਬ ਤੁਸੀਂ ਗੁਰੂ ਨਾਨਕ ਸਾਹਿਬ ਨੂੰ 135 ਰੁਪਏ ਦੇ ਕੇ ਖਹਿੜਾ ਛਡਾਉਣਾ, ਖੁਦਾ ਦਾ ਨਾਮ 135 ਨਵਾਬ ਦੇਗਾ ਗੁਰੂ ਸਾਹਿਬ। ਜੈ ਰਾਮ ਜੀ ਨੇ ਸੁਣਿਆ, ਬੜੇ ਖੁਸ਼ ਹੋ ਗਏ। ਮਹਾਰਾਜ ਨੇ ਕਿਹਾ ਸੀ ਨਾ ਭੈਣ ਜੀ ਵੀ ਵਾਧਾ ਨਿਕਲੇਗਾ। ਨਵਾਬ ਦੇ ਮੂੰਹ ਤੇ ਸਿਕਰੀ ਆ ਗਈ। 135 ਉਹਨਾਂ ਸਮਿਆਂ ਦੇ ਜਦ ਇੱਕ ਰੁਪਈਆ ਬਹੁਤ ਹੁੰਦਾ ਹੈ, ਲੱਖਾਂ ਦੇ ਬਰਾਬਰ ਸੀ ਕੀਮਤ। ਦੌਲਤ ਖਾਨ ਕਹਿੰਦੇ ਦੁਬਾਰਾ ਵੇਖ ਲਓ ਲਿਖਾ, ਕਿਤੇ ਤਾਂ ਨਹੀਂ ਵੀ ਮੋਦੀ ਖਾਨੇ ਦੇ ਮਾਲਕ ਨੂੰ ਰਾਜੀ ਨੂੰ ਦੇਣਾ ਹੋਵੇ। ਕਹਿੰਦੇ ਨਹੀਂ ਜੀ, ਇਹਨਾਂ ਦੀ ਦੇਣਦਾਰੀ ਹੈ, ਤੁਸੀਂ ਦਿਓਗੇ ਇਹਨਾਂ ਨੂੰ 135 ਰੁਪਏ ਵਾਧਾ ਨਿਕਲ ਰਿਹਾ ਹੈ ਮੋਦੀ ਵਾਲੇ ਪੱਖ 'ਚ। ਨਵਾਬ ਬੜਾ ਆਸ਼ਚਰਜ, ਜਿਹੜੇ ਚੁਗਲਖੋਰ ਦੇ ਬੈਠੇ ਸੀ ਅੰਦਰੋਂ ਅੰਦਰ ਘਬਰਾਈ ਜਾਣ ਵੀ ਕਿਹਾ ਕੁਝ ਹੋਰ ਸੀ, ਹੋ ਕੁਝ ਹੋ ਗਿਆ। ਅਗਲੇ ਤੇ ਪੂਰੀ ਤਿਆਰੀ ਕਰਕੇ ਆਏ ਸੀ ਵੀ ਜਦੋਂ ਨਾਨਕ ਦਾ ਘਾਟਾ ਵਾਧਾ ਹੋਣਾ ਨਾ ਬਾ ਫਿਰ ਖੁੱਲ ਕੇ ਬੋਲਾਂਗੇ ਵੀ ਅਸੀਂ ਤੇ ਪਹਿਲਾਂ ਹੀ ਕਿਹਾ ਸੀ, ਵੇਖ ਜੈ ਰਾਮ ਘਾਟੇ ਦੀ ਦੁਕਾਨ। ਨੀਚਾ ਵਿਖਾਉਣ ਵਾਸਤੇ ਆਏ ਸੀ। ਪਿਆਰਿਓ, ਜਦ ਕੋਈ ਕਿਸੇ ਲਈ ਖੂਹ ਪੱਟਦਾ ਨਾ, ਕੁਦਰਤ ਨੇ ਟੋਆ ਉਹਦੇ ਲਈ ਪਹਿਲਾਂ ਹੀ ਪੱਟਿਆ ਹੁੰਦਾ। ਖੁਦਾ ਦਾ ਨਾਮ ਕਿਸੇ ਨੂੰ ਨੀਚਾ ਕੋਈ ਵਿਖਾਵੇ, ਬਾਣੀ ਕੀ ਕਹਿੰਦੀ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਕਹਿੰਦੇ ਪਰਾਏ ਦਾ ਬੁਰਾ ਸੋਚੀ ਵੀ ਨਾ, ਰੱਖਣਾ ਰੁਕਣਾ ਤੇਰੀ ਹੈ, ਤੇਰਾ ਭਲਾ ਨਹੀਂ ਹੋਣਾ। ਜਦੋਂ ਕਹਿੰਦੀ ਉਹਨਾਂ ਮੁਨਸ਼ੀਆਂ ਨੇ ਹੱਥ ਜੋੜੇ, 135 ਰੁਪਏ ਪਲਗੇ ਤੇ ਲਿਆ ਕੇ ਰੱਖਦੇ। ਸਤਿਗੁਰ ਕਹਿੰਦੇ ਬਾਲਿਆ ਪਾ ਫਿਰ ਜੋੜੇ ਜਾ, ਖੁਦਾ ਦਾ ਨਾਮ ਇਹ ਆਪਣੇ ਨੇ। ਉਹ ਜਿਵੇਂ ਦੀ ਦੁਨੀਆ, ਜੈਸੀ ਦੁਨੀਆ ਵੈਸੇ ਹਮ ਹੋਣਾ ਪੈਣਾ ਸੀ। ਚੁਗਲਖੋਰਾਂ ਦੇ ਮੂੰਹ ਤੇ ਤਾਲਾ। ਨਵਾਬ ਦੌਲਤ ਖਾਂ ਅੰਦਰੋਂ ਬੜਾ ਹੈਰਾਨ ਹੋਇਆ। ਹਾਕੁਲ ਛੰਦ ਇਹ ਕਮਲ ਨੈਣ ਜਬ ਲਿਖਾ, ਤਬ ਨਿਕਸਿਓ ਇਤਨਾ ਸਿੱਖਾ। ਸਤਿਗੁਰਾਂ ਦੀ ਤਰਫ ਇੰਨਾ ਵਾਧਾ ਨਿਕਲ ਆਇਆ। ਇਹਦਾ ਮਤਲਬ ਕੀ ਹੈ ਵੀ ਜੇ 135 ਗੁਰੂ ਸਾਹਿਬ ਵਾਲੇ ਪਾਸੇ ਆਏ ਆ, ਮਤਲਬ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਤੇ ਨਾ ਕਿਤੇ 125-30 ਰੁਪਏ ਆਪਣੇ ਕੋਲੋਂ ਖਰਚੇ ਹੋਏ ਨੇ। ਕਿਉਂਕਿ ਨਵਾਬ ਦਾ ਤੇ ਹਿਸਾਬ ਕਿਤਾਬ ਪੂਰਾ, ਜਿੰਨੇ ਦਾ ਆਇਆ ਉਹਨੇ ਦਾ ਲੱਗ ਗਿਆ, ਸਗੋਂ ਉਹਨੂੰ ਦੇਣਾ ਪੈ ਗਿਆ। ਭਾਈ ਬਾਲਾ ਜੀ ਨੇ ਉਹ ਮਾਇਆ ਚੁੱਕੀ, ਝੋਲੇ 'ਚ ਪਾਈ, ਕਿਉਂਕਿ ਇਹ ਮਾਇਆ ਕਿਹਦੀ ਹੈ? ਨਾ ਤੇ ਪਿਤਾ ਕਲਿਆਣ ਚੰਦ ਦੀ ਹੈ, ਨਾ ਜੈ ਰਾਮ ਜੀ ਦੀ ਹੈ। ਇਹ ਮਾਇਆ ਉਸ ਪ੍ਰਮਾਤਮਾ ਦੀ ਹੈ ਤੇ ਉਹਦੇ ਪਿਆਰੇ ਲੋੜਵੰਦਾਂ ਦੇ ਹਿੱਸੇ ਆਉਣੀ ਆ। ਖੁਦਾ ਦਾ ਨਾਮ ਜਿਸ ਮੋਦੀ ਖਾਨੇ ਨੂੰ ਬੰਦ ਕਰਨ ਵਾਸਤੇ ਜ਼ੋਰ ਲਾਇਆ ਨਾ, ਹੁਣ 135 ਨਾਲੋਂ ਕਿੱਥੇ ਜਾਊ, ਡਬਲ ਟ੍ਰਿਪਲ ਕੰਮ ਹੋ ਜਾਣਾ। ਜਿਨ੍ਹਾਂ ਨਿੰਦਕਾਂ ਨੇ ਜ਼ੋਰ ਲਾਇਆ ਵੀ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਲੋਧੀ ਛੱਡ ਜਾਣ, ਨਵਾਬ ਦੌਲਤ ਖਾਨ ਨੇ ਉਹਨਾਂ ਵੱਲ ਵੇਖਿਆ ਵੀ ਇਹ ਕੀ ਹੋਇਆ, ਫਿਰ ਚੁੱਪ ਹੋ ਗਏ, ਬੜੇ ਸ਼ਰਮਿੰਦੇ ਹੋਏ। ਜੈ ਰਾਮ ਹਿਰਦੇ ਤਿਹ ਕਾਲਾ, ਪੀ ਲਜਾ ਹਰਖ ਵਿਸਾਲਾ। ਸਤਿਗੁਰਾਂ ਦੇ ਜੀਜਾ ਜੈ ਰਾਮ ਜੀ ਨੇ ਮਨ ਹੀ ਮਨ ਬੜੀ ਸ਼ਰਮਿੰਦਗੀ ਮਹਿਸੂਸ ਕੀਤੀ ਵੀ ਮੇਰੀ ਧਰਮ ਪਤਨੀ ਆਪਣੇ ਭਰਾ ਤੇ ਸੂਈ ਦੇ ਨੱਕੇ 'ਚ ਨਾ ਵੀ ਸ਼ੰਕਾ ਨਹੀਂ ਕਰਦੀ। ਭਰੋਸਾ ਮੇਰਾ ਵੀ ਬੜਾ ਸੀ, ਮੈਂ ਕਿਵੇਂ ਕਿਸੇ ਚੁਗਲਖੋਰ ਦੀ ਗੱਲ ਤੇ ਇਤਬਾਰ ਕਰ ਲਿਆ, ਮੈਂ ਕਿਉਂ ਕੀਤਾ? ਸ਼ਰਮਿੰਦਗੀ ਅੰਦਰੋਂ ਅੰਦਰ ਹੋ ਗਈ। ਨੇਤਰ ਨੀਵੇਂ ਕੀਤੇ ਨੇ, ਇਹ ਘਟੀ ਬਸੂਰਤ ਪੂਰਾ, ਮੈਂ ਭਰਮਿਓ ਭਾਖੇ ਕੂਰਾ। ਤੇ ਗੁਰੂ ਸਾਹਿਬ ਆਖਣ ਲੱਗੇ ਚਲੋ ਜੀਜਾ ਜੀ ਘਰ ਨੂੰ ਚਲੀਏ ਆਪਾਂ।
ਕਹਿੰਦੇ ਜੈ ਰਾਮ ਜੀ ਨਾਲ ਆ ਰਹੇ ਨੇ, ਮਨ ਭਰਿਆ ਹੋਇਆ, ਅੱਖਾਂ ਵੀ ਲਾਲ ਨੇ, ਝੂਰਦੇ ਨੇ ਅੰਦਰ, ਪਛਤਾਉਂਦੇ ਨੇ, ਮੈਂ ਕਿਉਂ ਨਿਰੰਕਾਰ ਪਰਮਾਤਮਾ ਤੇ ਸ਼ੰਕਾ ਕੀਤਾ। ਇਹ ਤੇ ਸੰਤ ਰੂਪ ਸੀ, ਇਹ ਪਰਮੇਸ਼ਰ ਸਨ, ਘਾਟਾ ਕਿੱਥੇ ਹੋ ਚੁੱਕਾ। ਜਿਸ ਪੱਖ ਵਿੱਚ ਰੱਬ ਬੈਠਾ ਹੋਵੇ ਉੱਥੇ ਕਦੇ ਘਾਟੇ ਨਹੀਂ ਹੁੰਦੇ। ਆਖੋ ਸਤਿਨਾਮ। ਰੱਬ ਦੇ ਘਰ ਕਦੇ ਘਾਟਾ ਹੁੰਦਾ ਹੈ? ਕਦੇ ਨਹੀਂ ਹੁੰਦਾ। ਹੋ ਸਕਦਾ ਵੀ ਨੀਤਾਂ 'ਚ ਕਿਸੇ ਦੀਆਂ 'ਚ ਘਾਟਾ ਹੋਵੇ, ਕਿਸੇ ਦੀ ਨੀਅਤ ਮਾੜੀ ਹੋਵੇ, ਕਮੀ ਹੋ ਸਕਦੀ ਹੈ। ਬੜੇ ਧਰਮ ਨੇ ਦੁਨੀਆ ਦੇ ਉੱਤੇ ਜੀ, ਦੱਸੋ ਕਿਸੇ ਧਰਮ ਨੇ ਏਦਾਂ ਲੰਗਰ ਲਾਏ ਜਿਵੇਂ ਗੁਰੂ ਨਾਨਕ ਦਾ ਘਰ ਲਾਉਂਦਾ ਹੈ? ਕਿਤੇ ਕੋਈ ਆਫਤ ਹੋਵੇ, ਭੀੜ ਹੋਵੇ, ਕਮਾਈ ਤੇ ਸਾਡੀ ਪੰਜਾਬੀਆਂ ਦੀ ਉਨੀ ਕੀ ਹੈ। ਉਹ ਲੋਕ ਸਾਡੇ ਤੋਂ ਵੱਧ ਕਮਾਉਂਦੇ ਆ, ਉਹਨਾਂ ਦੀਆਂ ਵੱਡੀਆਂ ਵੱਡੀਆਂ ਇੰਡਸਟਰੀਆਂ ਨੇ, ਵੱਡੇ ਵੱਡੇ ਬਿਜ਼ਨਸ ਨੇ, ਤੇ ਸਾਡੇ ਪੰਜਾਬੀਆਂ ਦਾ ਤਾਂ ਏਡਾ ਵੱਡਾ ਕੁਛ ਹੈ ਵੀ ਨਹੀਂ। ਕੋਈ ਦਿਹਾੜੀ ਵੀ ਕਰਦਾ, ਉਹ ਵੀ ਦਸਵੰਧ ਕੱਢਦਾ ਹੈ, ਉਹ ਵੀ ਸੇਵਾ ਕਰਦਾ ਹੈ। ਪੰਜਾਬ ਦੇ ਘਰ ਅੱਜ ਵੀ ਉਹ ਅਲੱਗ ਗੱਲ ਆ, ਅੱਜ ਸਾਡਾ ਸੁਭਾਅ ਪਤਾ ਨਹੀਂ ਕਿੱਥੋਂ ਕਿੱਥੋਂ ਦਾ ਆ ਗਿਆ। ਅੱਜ ਅਸੀਂ ਕਿਸੇ ਨੂੰ ਪਾਣੀ ਪਿਲਾਉਣਾ ਨਹੀਂ ਚਾਹੁੰਦੇ, ਪਰ ਕਿਤੇ ਉਹ ਪੰਜਾਬ ਸੀ, ਇੱਥੋਂ ਕਿਤੇ ਕੋਈ ਅਬਦਾਲੀ ਵਰਗਾ ਵੀ ਜਾਂਦਾ ਸੀ ਨਾ, ਜਾਂਦਿਆਂ ਵੀ ਲੁੱਟ ਕੇ ਲੈ ਜਾਂਦਾ ਸੀ ਤੇ ਆਉਂਦਿਆਂ ਵੀ ਲੁੱਟਦਾ ਸੀ। ਉਹ ਕਹਿੰਦੇ ਸੀ ਜਦ ਅੜਦਾ ਪੰਜਾਬ ਅੜਦਾ ਹੈ, ਜਦ ਝੋਲੀ ਭਰਦਾ ਪੰਜਾਬ ਭਰਦਾ ਹੈ, ਤੇ ਜਦ ਅੰਗਰੇਜ਼ ਇਸ ਧਰਤੀ ਤੇ ਆਏ ਸੀ ਪੰਜਾਬ ਦੀ ਧਰਤੀ ਨੂੰ ਲੁੱਟਦੇ ਸੀ। ਰੇਲ ਲਾਈਨਾਂ ਪਾਈਆਂ ਉਦੋਂ ਵੀ, ਤੇ ਸਾਡਾ ਜਿੰਨਾ ਕਪਾਹ ਕਾਟਨ ਸੀ ਸਾਰੀ ਲੈ ਕੇ ਗਏ। ਪਰ ਸਾਡੇ ਪੰਜਾਬੀਆਂ ਦੇ ਦਿਲ ਉਦੋਂ ਵੀ ਵੱਡੇ ਸੀ। ਕਿਉਂ ਵੱਡੇ ਆ? ਇਹ ਕਿਰਪਾ ਗੁਰੂ ਨਾਨਕ ਸਾਹਿਬ ਦੀ ਆ। ਅੰਦੋਲਨ ਦੇ ਵਿੱਚ ਅਰਬਾਂ ਖਰਬਾਂ ਦਾ ਬਜਟ ਹੋ ਗਿਆ। ਕਿੰਨਾ ਭੋਜਨ ਗਿਆ। ਸਰਕਾਰਾਂ ਸੋਚਦੀਆਂ ਸੀ ਭੁੱਖੇ ਮਰਨਗੇ, 2 4 6 ਮਹੀਨੇ ਭੱਜੇ ਜਾਣਗੇ। ਹੋਇਆ ਕੀ? ਜਿਉਂ ਜਿਉਂ ਬੈਠੇ ਆ ਕਰੋੜਾਂ ਦਾ ਤੇ ਪਾਣੀ ਲੱਗ ਜਾਂਦਾ ਉੱਥੇ। ਕਿੱਥੋਂ ਆ ਰਿਹਾ? ਕੋਈ ਬੰਦਾ ਨਹੀਂ ਦੇ ਰਿਹਾ। ਇਹ ਸਤਿਗੁਰ ਆਪ ਵਰਤਦੇ ਨੇ। ਉਹ ਅਲੱਗ ਗੱਲ ਆ ਵੀ ਸਾਡੇ ਹੁਣ ਲੀਡਰ ਹੋਰ ਪਾਸੇ ਤੁਰੇ ਫਿਰਦੇ ਆ, ਟਰੈਕ ਤੋਂ ਭਟਕਦੇ ਜਾ ਰਹੇ ਨੇ, ਪਰ ਲੰਗਰਾਂ ਦੀ ਕਮੀ ਸਿੱਖ ਕੌਮ ਨੇ ਕਦੇ ਨਹੀਂ ਛੱਡੀ, ਕਿਉਂਕਿ ਇਹ ਗੁਰੂ ਨਾਨਕ ਸਾਹਿਬ ਦੀ ਵਾਰਸ ਹੈ ਕੌਮ। ਜਦੋਂ ਜੈ ਰਾਮ ਜੀ ਤੁਰੇ ਆਉਂਦੇ ਆ ਨਾ, ਮਨ 'ਚ ਬੜਾ ਪਛਤਾਵਾ ਚਿੱਤ ਕਰਦਾ ਹੈ, ਇਹਨਾਂ ਤੋਂ ਮਾਫੀ ਮੰਗਾ। ਰਲ ਆਏ ਧਾਮ ਜਰਾਮਾ, ਮਚ ਬੈਠੇ ਸੇਵਕ ਸ਼ਾਮਾ। ਗੁਰੂ ਸਾਹਿਬ ਬੈਠ ਗਏ ਆ ਕੇ ਘਰੇ ਪਲਗੇ, ਤੇ ਭੈਣ ਜੀ ਕੋਲੇ ਬੈਠੇ ਆ। ਜੈ ਰਾਮ ਜੀ ਇੰਨੇ ਸ਼ਰਮਿੰਦਾ ਹੁੰਦੇ, ਮਨ ਉਦਾਸ ਹੈ, ਦੁਖੀ ਹੈ ਮਨ। ਮੈਂ ਸੁਪਨੇ ਵਿੱਚ ਵੀ ਸ਼ੰਕਾ ਨਹੀਂ ਸੀ ਕਰਨਾ, ਮੈਥੋਂ ਹੋ ਕੀ ਗਿਆ ਏ। ਤਬ ਭਗਨੀ ਬੂਝਤ ਐਸੋ, ਕਹੋ ਲਿਖ ਨਿਵਰਿਓ ਕੈਸੋ। ਭੈਣ ਨਾਨਕੀ ਜੀ ਪੁੱਛਦੇ ਆ, ਵੀਰ ਜੀ, ਭਰਾ ਜੀ, ਕਿਰਪਾ ਕਰਕੇ ਦੱਸੋ ਲੇਖਾ ਜੋਖਾ ਕਿਵੇਂ ਹੋਇਆ? ਵਾਦਾ ਨਿਕਲਿਆ ਕਿ ਨਹੀਂ ਨਿਕਲਿਆ? ਭੈਣ ਦੇ ਬੋਲ ਸਨ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਭੈਣ ਦੇ ਬਚਨਾਂ ਨੂੰ ਸੁਣਿਆ, ਦੋਨੇ ਹੱਥ ਜੋੜੇ ਨੇ। ਸੁਖ ਐਨਹਿ ਬੈਨ ਬਖਾਨੇ, ਸੁਣ ਜੀਜਾ ਬਾਤ ਸੋ ਜਾਣੇ। ਤੇ ਗੁਰੂ ਸਾਹਿਬ ਆਖਣ ਲੱਗੇ ਹੱਸ ਕੇ, ਭੈਣ ਜੀ ਜਿੱਥੇ ਜੀਜਾ ਜੈ ਰਾਮ ਜੀ ਹੁਣ, ਘਾਟਾ ਕਿਵੇਂ ਹੋ ਸਕਦਾ? ਆਖੋ ਸਤਿਨਾਮ। ਇਹ ਹੈ ਵਡੱਪਣ। ਆਪਣੇ ਵੱਡਿਆਂ ਨੂੰ, ਆਪਣਿਆਂ ਨੂੰ ਮਾਣ ਸਨਮਾਨ ਸਤਿਕਾਰ ਦੇਣਾ, ਕੀਤਾ ਭਾਵੇਂ ਆਪ ਹੋਵੇ ਤੇ ਹੱਲਾ ਸ਼ੇਰੀ ਨੇ। ਤੇ ਆਪਾਂ ਉਹ ਕਿਤੇ ਸਾਡੇ ਆਪਣੇ ਨੇ ਕੋਈ ਕੰਮ ਕੀਤਾ ਹੋਵੇ, ਅਸੀਂ ਕਿਤੇ ਲੈ ਇਹਨੇ ਥੋੜਾ ਕੀਤਾ ਯਾਰ, ਮੈਂ ਕੀਤਾ, ਮੈਂ ਬੁਲਾਇਆ ਤਾਂ ਹੀ ਕੀਤਾ ਇਹਨੇ, ਸਾਡੀ ਤੇ ਮੈਂ ਨਹੀਂ ਮੰਨਦੀ। ਤੇ ਗੁਰੂ ਸਾਹਿਬ ਵੇਖੋ, ਕਹਿੰਦੇ ਇਹਨਾਂ ਦੀ ਕਿਰਪਾ ਦੇ ਨਾਲ ਲੇਖੇ ਜੋਖੇ ਵਿੱਚ ਸਾਨੂੰ ਲਾਭ ਹੋਇਆ ਏ। ਇਹ ਲੀਜੈ ਮੋਦੀ ਖਾਨਾ, ਅਬ ਹੋਈ ਨਾ ਮੋ ਗੁਜਰਾਨਾ। ਕਿਤੇ ਜਦੋਂ ਹੱਸ ਕੇ ਮਰਦ ਨੇ ਕਹਿਤਾ ਨਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਦੋਨੇ ਤਿੰਨ ਜਿਹੜੀਆਂ ਲੈਕਚਰਾਂ ਬਣੀਆਂ ਸੀ, ਲੇਖੇ ਜੋਖੇ ਦੇ ਕਾਗਜ਼ ਭੈਣ ਜੀ ਦੇ ਸਾਹਮਣੇ ਪੈਰਾਂ 'ਚ ਸੁੱਟ ਦਿੱਤੇ, ਹੱਥ ਜੋੜ ਕੇ ਮਨ ਭਰਿਆ, ਭੈਣ ਜੀ, ਭਾਈਆ ਜੀ, ਮਾਫ ਕਰਿਓ ਸਾਨੂੰ, ਅਸੀਂ ਨਹੀਂ ਮੋਦੀ ਖਾਨਾ ਚਲਾ ਸਕਦੇ। ਆਖੋ ਸਤਿਨਾਮ। ਸਾਥੋਂ ਹੀ ਨਹੀਂ ਹੋਣਾ, ਸਾਥੋਂ ਹੀ ਕੰਮ ਨਹੀਂ ਹੋਣਾ। ਨੇਤਰ ਭਾਇਆ ਹੈ ਗੁਰੂ ਨਾਨਕ ਸਾਹਿਬ ਜੀ, ਸਾਨੂੰ ਬਖਸ਼ਿਓ, ਅੱਜ ਤੋਂ ਅਸੀਂ ਮੋਦੀ ਖਾਨੇ ਨੂੰ ਸਦਾ ਲਈ ਤਿਆਗਣਾ ਚਾਹੁੰਦੇ ਹਾਂ। ਕਰ ਤਾਰਿੰਗ ਮਮ ਕਰ ਤਾਰਿੰਗ, ਨਿਜ ਕਾਰਜ ਲਿਹੋ ਸੰਭਾਰੰ। ਮਰਨ ਕਹਿੰਦੇ ਸਾਡਾ ਕੰਮ ਤੇ ਉਸ ਰੱਬ ਦੀ ਯਾਦ ਵਿੱਚ ਜੁੜਨਾ ਹੈ। ਚੱਲ ਵਾਲਿਆ ਚੁੱਕ ਲੈ ਕੱਪੜੇ, ਹੁਣ ਇੱਥੇ ਵੀ ਸਾਡਾ ਕੋਈ ਨਹੀਂ। ਆਖੋ ਸਤਿਨਾਮ। ਜਦੋਂ ਗੁਰੂ ਨਾਨਕ ਸਾਹਿਬ ਨੇ ਬਚਨ ਕਹਿਤੇ, ਪਤਾ ਨਹੀਂ ਕਿੱਥੋਂ ਗਏ ਹੋਏ। ਭਾਈ ਬਾਲਾ ਜੀ ਕਹਿੰਦੇ ਮੇਰੀ ਅੱਖਾਂ 'ਚ ਹੰਝੂ ਆ ਗਏ। ਜੈ ਰਾਮ ਜੀ ਰੋ ਕੀ ਕਹਿੰਦਾ ਇਹਨਾਂ ਨੇ?
ਸਤਿਗੁਰ ਕਹਿੰਦੇ ਘੁੱਟਣ ਹੁੰਦੀ ਸਾਨੂੰ ਇੱਥੇ, ਅਸੀਂ ਨਹੀਂ ਜੀ ਸਕਦੇ ਇਹਨਾਂ ਚਾਰ ਦੀਵਾਰੀਆਂ 'ਚ, ਅਸੀਂ ਕੈਦ ਨਹੀਂ ਰਹਿ ਸਕਦੇ। ਭੈਣ ਜੀ ਸਾਨੂੰ ਮਾਫ ਕਰਿਓ, ਬੜੀਆਂ ਗਲਤੀਆਂ ਹੋਈਆਂ ਹੋਣਗੀਆਂ। ਚੱਲ ਵੇਗੀ ਕੀਨੀ ਤਿਆਰੀ, ਸ੍ਰੀ ਨਾਨਕ ਪਰ ਉਪਕਾਰੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੰਬਲੀ ਚੁੱਕੀ ਮੋਢੇ ਤੇ ਰੱਖ ਲਈ। ਭਾਈ ਬਾਲਾ ਜੀ ਕਹਿੰਦੇ ਮੈਂ ਮਰਦ ਦਾ ਬਚਨ ਮੰਨਿਆ, ਕੱਪੜੇ ਚੁੱਕੇ। ਭੈਣ ਦੀਆਂ ਅੱਖਾਂ 'ਚ ਹੰਝੂ, ਮਨਾ ਮੇਰੇ ਕੀ ਪਾਪ ਹੋ ਗਿਆ, ਆਖੋ ਸਤਿਨਾਮ। ਇਹ ਤੇ ਸੋਚਿਆ ਹੀ ਨਹੀਂ ਸੀ ਕਦੇ, ਵੀਰ ਨਾਰਾਜ਼ ਹੋ ਜਾਣਗੇ, ਘਰ ਛੱਡ ਕੇ ਤੁਰ ਪੈਣਗੇ। ਮਰਦ ਸੱਚੇ ਪਾਤਸ਼ਾਹ ਨੇ ਆਪ ਪੰਡ ਫੜ ਲਈ, ਕਹਿੰਦੇ ਚੱਲ ਵਾਲਿਆ ਚੱਲੀਏ। ਮੈਂ ਕਿਹਾ ਮਰਦ ਕਿੱਥੇ? ਕਹਿੰਦੇ ਜਿੱਥੇ ਕਰਤਾਰ ਲੈ ਜੂਗਾ, ਆਖੋ ਸਤਿਨਾਮ। ਕਦੋਂ ਟੁੱਟਣੇ, ਘਰ ਛੱਡਣ ਲੱਗੇ ਨੇ। ਸੋ ਸਮਾਂ ਸਮਾਪਤ ਹੈ, ਜੋ ਕੁਝ ਵੀ ਹੋਏਗਾ ਮਰਦ ਦੀ ਕਿਰਪਾ ਨਾਲ ਕੱਲ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਵਾਹਿਗੁਰੂ 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 ਵਾਹਿਗੁਰੂ।